ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਅਮਨ ਜਸ ਪੋਡਕਾਸਟ। ਸੋ ਸਾਡੀ ਅੱਜ ਦੀ ਇਹ ਪੋਡਕਾਸਟ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੇ ਅੱਜ ਦਾ ਜਿਹੜਾ ਟੌਪਿਕ ਹੈ ਉਹ ਮੋਸਟ ਡਿਮਾਂਡਿੰਗ ਟੌਪਿਕ ਸੀਗਾ ਤੇ ਉਹ ਟੌਪਿਕ ਕੀ ਆ? ਉਹ ਟੌਪਿਕ ਹੈਗਾ ਆ ਡਿਪਰੈਸ਼ਨ। ਤੇ ਡਿਪਰੈਸ਼ਨ ਦੇ ਲਈ ਤੁਸੀਂ ਸਾਨੂੰ ਬਹੁਤ ਸਾਰੇ ਕਮੈਂਟਸ ਕੀਤੇ ਸਾਡੀ ਵੀਡੀਓਜ਼ ਤੇ, ਔਰ ਨਾਲ ਦੀ ਨਾਲ ਹੀ ਇੰਸਟਾਗ੍ਰਾਮ ਤੇ ਡੀਐਮ ਕਾਫੀ ਆਏ ਵੀ ਸਾਨੂੰ ਦੱਸੋ ਵੀ ਅਮਨ ਕਿੱਦਾਂ ਡਿਪਰੈਸ਼ਨ ਚੋਂ ਬਾਹਰ ਆਈ, ਜਾਂ ਤੁਸੀਂ ਡਿਪਰੈਸ਼ਨ ਨੂੰ ਕਿਵੇਂ ਡੀਲ ਕੀਤਾ, ਕੀ ਸਿੰਪਟਮਸ ਹੁੰਦੇ ਆ, ਹਨਾ। ਜਦੋਂ ਆਪਾਂ ਸਟੋਰੀਜ਼ ਵਗੈਰਾ ਵੀ ਪਾਈਆਂ ਤਾਂ ਉਹਦੇ ਤੇ ਵੀ ਕਾਫੀ ਮੈਨੂੰ ਹੈ ਨਾ ਆਸਕ ਮੀ ਅ ਕੁਐਸਚਨ ਚਾਹੇ ਵੀ ਡਿਪਰੈਸ਼ਨ ਐਂਜ਼ਾਈਟੀ ਦੇ ਕੀ ਸਿਸਟਮ ਹੁੰਦੇ ਆ। ਸੋ ਅੱਜ ਆਪਾਂ ਉਹੀ ਚੀਜ਼ਾਂ ਤੇ ਗੱਲਾਂ ਕਰਨੀਆਂ ਆ। ਕੁਛ ਸਾਡੀ ਆਪਣੀ ਨੌਲੇਜ ਹੈ ਕਿਉਂਕਿ ਸਾਡੇ ਨਾਲ ਵੀ ਇਹ ਚੀਜ਼ ਹੋਈ ਹੈ, ਤੇ ਕੁਛ ਅਸੀਂ ਮੈਡੀਕਲ ਟਰਮਸ ਜੋ ਹੁੰਦੀਆਂ ਆ ਹਨਾ, ਜੋ ਸਾਨੂੰ ਡਾਕਟਰ ਨੇ ਸਲਾਹ ਦਿੱਤੀ ਸੀ ਜਾਂ ਜੋ ਅਸੀਂ ਇਹਦੇ ਤੇ ਰਿਸਰਚ ਕੀਤੀ ਹੈ, ਸੋ ਉਹੀ ਬਿਹਾਫ ਤੇ ਅਸੀਂ ਗੱਲ ਕਰਾਂਗੇ। ਤੇ ਬਾਕੀ ਜੇ ਕਿਸੇ ਨੂੰ ਕੁਝ ਗਲਤ ਲੱਗਿਆ ਤਾਂ ਕਮੈਂਟ ਦੇ ਵਿੱਚ ਜ਼ਰੂਰ ਲਿਖ ਕੇ ਦੱਸਿਓ, ਵੀ ਹੋ ਸਕਦਾ ਵੀ ਸਾਡੇ ਤੋਂ ਵੀ ਕੋਈ ਗਲਤੀ ਹੋ ਜਾਵੇ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਡਿਪਰੈਸ਼ਨ ਹੁੰਦਾ ਕੀ ਹੈ। ਹਾਂ, ਡਿਪਰੈਸ਼ਨ ਨਾ ਬੰਦੇ ਨੂੰ ਕਾਫੀ ਇਹ ਭੁਲੇਖਾ ਹੁੰਦਾ ਵੀ ਡਿਪਰੈਸ਼ਨ ਆ ਡਿਪਰੈਸ਼ਨ ਉਹ ਹੈ ਹਨਾ, ਕਿਸੇ ਕਰਕੇ ਹੋ ਗਿਆ ਜਾਂ ਕਿੱਦਾਂ ਇਹਦੇ ਤੇ ਬਹੁਤ ਸਾਰੇ ਨਾ ਕੁਐਸਚਨਸ ਉੱਠਦੇ ਆ ਮਾਈਂਡ ਦੇ ਵਿੱਚ। ਪਰ ਐਕਚੁਅਲ ਦੇ ਵਿੱਚ ਡਿਪਰੈਸ਼ਨ ਹੁੰਦਾ ਕੀ ਆ? ਡਿਪਰੈਸ਼ਨ ਜਦੋਂ ਤੁਹਾਨੂੰ ਹੁੰਦਾ ਨਾ, ਸਭ ਤੋਂ ਪਹਿਲਾਂ ਤਾਂ ਨੀਂਦ ਆਣੀ ਬੰਦ ਹੁੰਦੀ ਆ। ਬਿਲਕੁਲ ਹਨਾ, ਸਭ ਤੋਂ ਪਹਿਲਾ ਪੁਆਇੰਟ। ਬੰਦੇ ਦਾ ਕੌਨਫੀਡੈਂਸ ਲੂਜ਼ ਹੋ ਜਾਂਦਾ ਆ, ਆਪਣੀ ਜ਼ਿੰਦਗੀ ਬਹੁਤ ਖਾਲੀ ਲੱਗਣੀ ਸ਼ੁਰੂ ਹੋ ਜਾਂਦੀ ਆ। ਮਤਲਬ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਆ ਵੀ ਦੁਨਿਆਵੀ ਚੀਜ਼ਾਂ ਤੋਂ ਨਾ ਮੋਹ ਜਾਂ ਟੁੱਟਣਾ ਸ਼ੁਰੂ ਹੋ ਜਾਂਦਾ। ਉਹ ਬੰਦਾ ਹੁੰਦਾ ਨਾ ਯਾਰ ਵੀ ਚਿੜਚਿੜਾਪਨ ਜਿਹਾ ਵੱਧ ਜਾਂਦਾ ਬੰਦੇ 'ਚ, ਕਿ ਉਹ ਹਰ ਇੱਕ ਤੋਂ ਕਿਸੇ ਨਾ ਕਿਸੇ ਨਿੱਕੀ ਗੱਲ ਤੋਂ ਖਿਜਣ ਲੱਗ ਜਾਂਦਾ। ਈਵਨ ਜਿਹੜੀ ਛੋਟੀਆਂ ਵੀ ਚੀਜ਼ਾਂ ਹੁੰਦੀਆਂ ਨਾ, ਲਾਈਕ ਫॉर ਐਗਜ਼ਾਮਪਲ ਵੀ ਗਲਾਸ ਇਦਾਂ ਨਹੀਂ ਇਦਾਂ ਕਿਉਂ ਪਿਆ ਆ ਹਨਾ, ਕਈ ਵਾਰੀ ਇਦਾਂ ਦੀਆਂ ਚੀਜ਼ਾਂ ਤੇ ਵੀ ਡਿਪਰੈਸ਼ਨ ਆ ਜਾਂਦਾ ਆ। ਔਰ ਗਰਲਸ ਜਿਹੜੀਆਂ ਸਪੈਸ਼ਲੀ ਹੈਗੀਆਂ ਆ, ਉਹਨਾਂ ਨੂੰ ਹਾਰਮੋਨਲ ਚੇਂਜ ਜਦੋਂ ਹੁੰਦਾ ਆ, ਉਹਦੇ ਕਰਕੇ ਵੀ ਕਈ ਵਾਰੀ ਡਿਪਰੈਸ਼ਨ ਆਉਂਦਾ ਆ। ਸੋ ਇਸੇ ਕਰਕੇ ਕਹਿੰਦੇ ਹੁੰਦੇ ਆ ਵੀ ਆਪਦਾ ਧਿਆਨ ਪ੍ਰੋਪਰ ਰੱਖਣਾ ਚਾਹੀਦਾ ਹੈ ਹਨਾ, ਖਾਣਾ ਪੀਣਾ ਪ੍ਰੋਪਰ ਹੋਣਾ ਚਾਹੀਦਾ। ਹਾਂ, ਕਿਉਂਕਿ ਡਿਪਰੈਸ਼ਨ ਨਾ ਬਹੁਤ ਹੀ ਬੁਰੀ ਚੀਜ਼ ਆ। ਮਤਲਬ ਜੇ ਤੁਸੀਂ ਤਾਂ ਇਹਨੂੰ ਕਵਰ ਅਪ ਕਰ ਲੂੰਗੇ ਟਾਈਮ ਤੇ ਫਿਰ ਤਾਂ ਚਲੋ ਠੀਕ ਆ, ਪਰ ਜੇ ਤੁਸੀਂ ਇਸ ਚੀਜ਼ ਨੂੰ ਕਵਰ ਅਪ ਨਹੀਂ ਕਰਦੇ ਤਾਂ ਤੁਸੀਂ ਮੌਤ ਦੇ ਮੂੰਹ ਦੇ ਵਿੱਚ ਵੀ ਜਾ ਸਕਦੇ ਹੋ। ਬਿਲਕੁਲ ਸਹੀ ਗੱਲ ਆ। ਤੇ ਇੱਕ ਚੀਜ਼ ਮੈਨੂੰ ਹੋਰ ਦੱਸੋ ਵੀ ਜਿੱਦਾਂ ਇੰਨੀਆਂ ਜਿਹੜੇ ਕੁੜੀਆਂ ਨੇ ਮੈਸੇਜ ਆਏ ਆ, ਕਈ ਵਿਆਹੀਆਂ ਹੀ ਆ, ਕਈ ਕੁਆਰੀਆਂ ਹਨਾ, ਤੇ ਉਹਨਾਂ ਨੂੰ ਵੇਖੋ ਡਿਪਰੈਸ਼ਨ ਹੁੰਦਾ। ਇੱਕ ਤਾਂ ਜਦੋਂ ਬੰਦੇ ਦਾ ਕਹਿੰਦੇ ਨਾ ਕਿ ਵਿਆਹ ਹੋ ਜਾਂਦਾ ਤਾਂ ਫਿਰ ਸਾਰਾ ਕੁਝ ਸਿਸਟਮ ਹੁੰਦਾ ਹੈ, ਸੈੱਟ ਹੋ ਜਾਂਦਾ ਹੈ। ਬਟ ਮੈਂ ਇੱਥੇ ਬਹੁਤ ਜ਼ਿਆਦਾ ਕੁੜੀਆਂ ਵੇਖਦਾ ਪਿਆ ਜਿਹੜੇ ਵਿਆਹ ਤੋਂ ਬਾਅਦ ਜ਼ਿਆਦਾ ਡਿਪਰੈਸ਼ਨ 'ਚ ਜਾ ਰਹੀਆਂ। ਹਾਂ ਹਨਾ, ਇਹਦੇ ਵੀ ਕੁਛ ਰੀਜ਼ਨ ਆ। ਰੀਜ਼ਨਸ ਤੇ ਮੈਂ ਆਪਾਂ ਗੱਲ ਕਰਦੇ ਆ, ਪਰ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਇਹਦੇ ਸਿੰਪਟਮਸ ਤੇ ਹਨਾ, ਵੀ ਸਿੰਪਟਮ ਕੀ ਹੁੰਦੇ ਆ, ਕਿਉਂਕਿ ਇਹ ਵੀ ਬਹੁਤ ਕੁਐਸਚਨ ਆਇਆ ਵੀ ਸਿੰਪਟਮ ਦੱਸੋ। ਕੁਝ ਸਿੰਪਟਮਸ ਤਾਂ ਮੈਂ ਦੱਸਦੀ ਆ ਵੀ ਜਿਹੜੇ ਮੈਂ ਪੜ੍ਹੇ ਆ, ਬਾਕੀ ਕੁਝ ਸਿੰਪਟਮਸ ਜਸ ਵੀ ਦੱਸਣਗੇ ਕਿਉਂਕਿ ਇਹਨਾਂ ਨੇ ਦੇਖੇ ਆ ਉਹ ਚੀਜ਼ਾਂ ਹਨਾ। ਸਭ ਤੋਂ ਪਹਿਲਾ ਸਿੰਪਟਮ ਤਾਂ ਇਹੀ ਆ ਵੀ ਇਰੀਟੇਸ਼ਨ ਛੋਟੀਆਂ ਚੀਜ਼ਾਂ ਤੋਂ ਵੀ ਵੱਧ ਜਾਂਦੀ ਆ। ਦੂਜੀ ਗੱਲ ਇਹ ਆ ਵੀ ਜਿਹੜੇ ਤੁਹਾਡੇ ਲਵਡ ਵਨਸ ਹੁੰਦੇ ਆ ਹਨਾ, ਕਈ ਵਾਰੀ ਉਹਨਾਂ ਦੀਆਂ ਇੱਕ ਨਾਰਮਲ ਵੀ ਕੋਈ ਗੱਲ ਹੋਵੇ ਨਾ, ਤੁਹਾਨੂੰ ਇਹ ਲੱਗਦਾ ਵੀ ਉਹਨੇ ਤੁਹਾਨੂੰ ਪਿੰਚ ਕੀਤਾ ਆ, ਵੀ ਤੁਹਾਨੂੰ ਕੋਈ ਤਾਨਾ ਮਾਰਿਆ ਜਾਂ ਕੁਝ ਵੀ ਹਨਾ, ਵੀ ਐਦਾਂ ਫੀਲ ਹੋਣਾ ਸ਼ੁਰੂ ਹੋ ਜਾਂਦਾ। ਫਿਰ ਇਨਸੋਮਨੀਆ ਸਟਾਰਟ ਹੋ ਜਾਂਦਾ ਹੈ, ਲਾਈਕ ਸਲੀਪ ਨਹੀਂ ਆਉਂਦੀ, ਨੀਂਦ ਨਹੀਂ ਆਣੀ ਹਨਾ, ਵੀ ਜੇ ਜਾਗਦੇ ਆ ਤਾਂ ਜਾਗਦੇ ਹੀ ਰਹਿਣਾ, ਔਰ ਜੇ ਨੀਂਦ ਆਉਣੀ ਆ ਤੇ ਫਿਰ ਆਉਣੀ ਵੀ ਬਹੁਤ ਜ਼ਿਆਦਾ ਆ ਹਨਾ। ਜਿੱਦਾਂ ਰਾਤ ਨੂੰ 3-3 4-4 ਵਜੇ ਤੱਕ ਜਾਗੀ ਜਾਣਾ, ਤੇ ਫਿਰ ਜਦੋਂ 3-4 ਵਜੇ ਸੋਣਾ ਤਾਂ ਸਵੇਰੇ 11-11 12-12 ਵਜੇ ਉੱਠਣਾ। ਤੇ ਗਰਲਸ ਦੇ ਵਿੱਚ ਕਈ ਵਾਰੀ ਸਟ੍ਰੈਸ, ਐਂਜ਼ਾਈਟੀ ਔਰ ਡਿਪਰੈਸ਼ਨ ਦੇ ਨਾਲ ਹੀ ਜਿਹੜੀ ਹਾਰਮੋਨਲ ਚੇਂਜਸ ਹੈ ਉਹ ਆਉਂਦੇ ਆ। ਉਹਦੇ ਨਾਲ ਤੁਹਾਡੇ ਅੱਗੇ ਫਿਊਚਰ ਪਲਾਨਿੰਗਸ ਤੇ ਵੀ ਫਰਕ ਪੈਂਦਾ ਹੈ ਹਨਾ, ਕਿਉਂਕਿ ਗਰਲਸ ਨੂੰ ਇਦਾਂ ਦੀਆਂ ਕਾਫੀ ਸਾਰੀਆਂ ਦਿੱਕਤਾਂ ਹੋ ਜਾਂਦੀਆਂ ਜਦੋਂ ਹਾਰਮੋਨਲ ਇਨਬੈਲੈਂਸ ਹੁੰਦਾ ਆ। ਤੇ ਹੋਰ ਇਹ ਆ ਵੀ ਕਈ ਵਾਰੀ ਕੀ ਹੁੰਦਾ ਆ ਵੀ ਤੁਹਾਡੀ ਬਾਡੀ ਸਟਰਕਚਰ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਆ, ਫੈਟ ਆਣੀ ਸ਼ੁਰੂ ਹੋ ਜਾਂਦੀ ਹੈ, ਨਰਵਸਨੈਸ ਸਟਾਰਟ ਹੋ ਜਾਂਦੀ ਹੈ, ਕੌਨਫੀਡੈਂਸ ਬਹੁਤ ਜ਼ਿਆਦਾ ਲੂਜ਼ ਹੋ ਜਾਂਦਾ। ਮਤਲਬ ਕਿਸੇ ਦੇ ਸਾਹਮਣੇ ਗੱਲ ਕਰਨਾ ਵੀ ਤੁਹਾਨੂੰ ਇਦਾਂ ਲੱਗਦਾ ਵੀ ਮੇਰੇ 'ਚ ਤਾਂ ਕੋਈ ਕੌਨਫੀਡੈਂਸ ਹੈ ਹੀ ਨਹੀਂ, ਮੈਂ ਤਾਂ ਗੱਲ ਕਰ ਹੀ ਨਹੀਂ ਸਕਦਾ ਨਾ। ਇਹ ਕੁਝ ਕੁ ਸਿੰਪਟਮਸ ਆ ਜਿਹੜੇ ਡਿਪਰੈਸ਼ਨ ਦੇ ਹੈਗੇ ਆ। ਕੁਝ ਇਦਾਂ ਦੇ ਵੀ ਹੈਗੇ ਆ ਕਿ ਜਿੱਦਾਂ ਮੰਨ ਲਓ ਕਿ ਕੋਈ ਗੱਲ ਕਹਿਤੀ, ਕਈ ਹੁੰਦੇ ਆ ਜਿਹੜੇ ਡਿਪਰੈਸ਼ਨ 'ਚ ਜਾਂਦੇ ਚੀਜ਼ਾਂ ਭਰਨੀਆਂ ਸ਼ੁਰੂ ਕਰ ਦਿੰਦੇ ਆ। ਹਾਂ, ਇਹ ਵੀ ਬਹੁਤ ਵੱਡਾ ਸਿੰਪਟਮ ਹੈ। ਕੋਈ ਵੀ ਚੀਜ਼ ਫੜੀ ਹੱਥ 'ਚ ਉਹਨੂੰ ਤੋੜਤਾ ਜਾਂ ਕੁਝ ਵੀ ਗੁੱਸਾ ਆ ਜਾਂਦਾ, ਜੇ ਬਹੁਤ ਜ਼ਿਆਦਾ ਨਾ ਅਗਰੈਸਿਵ ਹੋ ਜਾਂਦਾ ਬੰਦਾ, ਬਹੁਤ ਜ਼ਿਆਦਾ ਐਗਰੈਸਿਵਨੈਸ ਵੱਧ ਜਾਂਦੀ ਬਹੁਤ ਜ਼ਿਆਦਾ, ਕਿਉਂਕਿ ਫਿਰ ਉਹ ਇਦਾਂ ਕਰਦਾ ਆਪਣੇ ਨੂੰ ਮਾਰਨ ਲੱਗ ਪੈਂਦਾ ਹਨਾ। ਇਹ ਜਦੋਂ ਪੀਕ ਲੈਵਲ ਤੇ ਹੋ ਜਾਂਦਾ, ਪੀਕ ਲੈਵਲ ਤੇ ਵੱਜ ਜਾਂਦਾ, ਜਦੋਂ ਕਿ ਉਹ ਆਪਣੇ ਨੂੰ ਕੱਟ ਲਾਣੀ ਸ਼ੁਰੂ ਕਰ ਦਿੰਦਾ ਹੈ ਜਾਂ ਸੁਸਾਈਡ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕੰਧਾਂ 'ਤੇ ਸਿਰ ਮਾਰਦਾ ਹੈ, ਬਹੁਤ ਅਜੀਬੋ ਗਰੀਬ ਹਰਕਤਾਂ ਕਰਦਾ ਹੈ। ਕਈ ਵਾਰ ਬੰਦਾ ਤੇ ਉਹਨੂੰ
ਇਹ ਵੀ ਕਹਿ ਦਿੰਦੇ ਕਿ ਮੈਂਟਲੀ ਇਹ ਅਪਸੈਟ ਹੋ ਗਿਆ, Upset ਹੋ ਬਟ ਗਿਆ। ਮੈਂਟਲੀ ਅਪਸੈਟ ਨਹੀਂ ਹੁੰਦਾ, ਉਹਨੂੰ ਡਿਪਰੈਸ਼ਨ ਕਿਹਾ ਜਾਂਦਾ ਹੈ, ਕਿਉਂਕਿ ਉਹ ਡਿਪਰੈਸ਼ਨ ਦਾ ਇੰਨਾ ਕੁ ਜ਼ਿਆਦਾ ਸ਼ਿਕਾਰ ਹੋ ਜਾਂਦਾ, ਉਹਨੂੰ ਸਮਝ ਨਹੀਂ ਲੱਗਦੀ ਮੇਰੇ ਨਾਲ ਹੋ ਕੀ ਰਿਹਾ। ਹਾਂ, ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਰੇਸ਼ੀਓ ਦੀ ਗੱਲ ਕਰੀਏ ਵੀ ਕੁੜੀਆਂ ਨੂੰ ਜ਼ਿਆਦਾ ਡਿਪਰੈਸ਼ਨ ਹੁੰਦਾ ਜਾਂ ਮੁੰਡਿਆਂ ਨੂੰ, ਹੈਨਾ, ਰੇਸ਼ੀਓ ਸਾਡੇ ਅਕੋਰਡਿੰਗ ਤਾਂ ਇਹ ਹੈ ਵੀ 50-50 ਆ ਹੁਣ, 50-50 ਆ। ਕਿਉਂਕਿ ਕੁੜੀਆਂ ਨੂੰ ਵੀ ਡਿਪਰੈਸ਼ਨ ਬਹੁਤ ਹੋ ਰਿਹਾ ਆ ਤੇ ਮੁੰਡਿਆਂ ਨੂੰ ਵੀ ਡਿਪਰੈਸ਼ਨ ਬਹੁਤ ਹੋ ਰਿਹਾ। ਬਹੁਤ ਜ਼ਿਆਦਾ। ਪਹਿਲਾਂ ਨਾ ਇੱਕ ਗੱਲ ਬਣੀ ਹੁੰਦੀ ਸੀਗੀ ਵੀ ਕੁੜੀਆਂ ਨਾ ਛੇਤੀ ਟੈਨਸ਼ਨ ਲੈ ਜਾਂਦੀਆਂ ਆ, ਹੈਨਾ, ਵੀ ਕੁੜੀਆਂ ਥੋੜੀਆਂ ਜਿਹੀਆਂ ਸੌਫਟ ਬੋਲਣ ਵਾਲੀਆਂ ਹੁੰਦੀਆਂ ਜਾਂ ਸੌਫਟ ਹਾਰਟਡ ਹੁੰਦੀਆਂ, ਹੈਨਾ, ਤੇ ਇਹ ਕਿਸੇ ਵੀ ਗੱਲ ਨੂੰ ਜ਼ਿਆਦਾ ਜਲਦੀ ਸੋਚ ਲੈਂਦੀਆਂ ਨਾ, ਸੋਲ ਹੁੰਦੀਆਂ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਨਾ, ਵੀ ਸੋਚ ਵੀ ਲੈਂਦੀਆਂ। ਤਾਂ ਪਰ ਅੱਜ ਦੀ ਡੇਟ ਦੀ ਜੇ ਆਪਾਂ ਗੱਲ ਕਰੀਏ ਤਾਂ ਮੁੰਡੇ ਵੀ ਇਦਾਂ ਹੀ ਆ, ਮੁੰਡਿਆਂ ਨੂੰ ਵੀ ਤਕਲੀਫ ਹੁੰਦੀ ਹੈ ਕਿਉਂਕਿ ਸਿਨੈਰੀਓ ਇਦਾਂ ਦਾ ਹੋ ਗਿਆ, ਮਾਹੌਲ ਇਦਾਂ ਦਾ ਹੋ ਗਿਆ ਜਿਹਦੇ ਕਰਕੇ ਡਿਪਰੈਸ਼ਨ ਹੋ ਗਿਆ, ਸਟ੍ਰੈਸ, ਐਂਜ਼ਾਈਟੀ, ਇਹ ਜਿਹੜੀਆਂ ਤਿੰਨੋਂ ਚੀਜ਼ਾਂ ਆ, ਹਨਾ, ਆਲਮੋਸਟ ਸੇਮ ਜੀਆਂ ਇਹ, ਹਨਾ, ਤੇ ਇਹ ਤਿੰਨੋਂ ਹੀ ਇਹ ਮੁੰਡਿਆਂ ਨੂੰ ਵੀ ਸ਼ਿਕਾਰ ਕਰਦੀਆਂ ਪਈਆਂ ਔਰ ਕੁੜੀਆਂ ਨੂੰ ਵੀ ਸ਼ਿਕਾਰ ਕਰਦੀਆਂ। ਸਹੀ ਗੱਲ ਆ। ਇਹ ਮਤਲਬ ਜਿੱਦਾਂ ਹੁਣ ਡਿਪਰੈਸ਼ਨ ਹੈ, ਹੁਣ ਤੇ ਇਹਦੇ ਆਪਾਂ ਸਿੰਪਟਮ ਜਾਣ ਲਏ ਵੀ ਆਹ ਚੀਜ਼ਾਂ ਹੁੰਦੀਆਂ ਜੀ। ਇਹ ਹੁੰਦਾ ਕਿਵੇਂ ਹੈ, ਮਤਲਬ ਕਿੱਦਾਂ ਅਟੈਕ ਕਰਦਾ ਬੰਦੇ ਦੇ ਉੱਪਰ, ਡਿਪਰੈਸ਼ਨ ਆਉਂਦਾ ਕਿਵੇਂ ਆ? ਹਾਂ, ਇਹ ਸਭ ਤੋਂ ਵੱਡਾ ਕੁਐਸਚਨ ਹੈ ਵੀ ਆਖਿਰਕਾਰ ਡਿਪਰੈਸ਼ਨ ਆਂਦਾ ਕਿਵੇਂ? ਹਾਂ, ਡਿਪਰੈਸ਼ਨ ਆਉਣ ਦੇ ਨਾ ਮੇਨ ਜਿਹੜੇ 2-4 ਹੀ ਰੀਜ਼ਨ ਹੁੰਦੇ ਆ। ਸਭ ਤੋਂ ਵੱਡਾ ਰੀਜ਼ਨ ਤਾਂ ਇਹ ਹੁੰਦਾ ਆ ਵੀ ਜਦੋਂ ਸਾਡੀ ਜਿਹੜੀ ਵਿਲ ਪਾਵਰ ਆ ਉਹ ਸਟਰੋਂਗ ਨਾ ਹੋਵੇ। ਅੱਛਾ, ਹਨਾ, ਵੀ ਜਦੋਂ ਆਪਾਂ ਸਟਰੋਂਗ ਨਹੀਂ ਰਹਿੰਦੇ, ਆਪਾਂ ਨਾ ਛੋਟੀ ਛੋਟੀ ਗੱਲਾਂ ਦਾ ਟੈਨਸ਼ਨ ਲੈਣੀ ਸ਼ੁਰੂ ਕਰ ਦਿੰਦੇ ਸਹੀ ਹਾਂ, ਗੱਲ ਆ। ਵੀ ਉਹਦੇ ਕਰਕੇ ਵੀ ਹੁੰਦਾ ਇਹ ਡਿਪਰੈਸ਼ਨ। ਦੂਜਾ, ਤੁਹਾਡਾ ਫੈਮਿਲੀ ਬੈਕਗ੍ਰਾਉਂਡ, ਕਈ ਵਾਰੀ ਤੁਹਾਡਾ ਫੈਮਿਲੀ ਬੈਕਗ੍ਰਾਉਂਡ ਇਦਾਂ ਦਾ ਹੁੰਦਾ ਆ, ਫੈਮਿਲੀ ਬੈਕਗ੍ਰਾਉਂਡ ਇਨ ਦਾ ਸੈਂਸ ਵੀ ਤੁਸੀਂ ਕੁਝ ਇਦਾਂ ਦੇ ਮੋਮੈਂਟਸ ਆਪਣੇ ਫੈਮਿਲੀ 'ਚ ਦੇਖਿਆ। ਹੁਣ ਕਈ ਫੈਮਿਲੀਜ਼ 'ਚ ਇਦਾਂ ਹੁੰਦਾ ਹੈ ਵੀ ਪੂਰੀ ਫੈਮਿਲੀ ਹੀ ਡਰਗ ਐਡਿਕਟਡ ਹੋ ਗਏ, ਸਹੀ ਗੱਲ ਆ। ਵੀ ਉਹ ਜੇ ਇਹ ਚੀਜ਼ਾਂ ਹੋਣ, ਤੁਸੀਂ ਫੈਮਿਲੀ 'ਚ ਹਮੇਸ਼ਾ ਮਾਰ ਕੁਟਾਈ ਦੇਖੀ ਆ, ਲੜਾਈ ਦੇਖੀ ਆ, ਤਾਂ ਆਬਵੀਅਸ ਜੀ ਗੱਲ ਹੈ ਵੀ ਤੁਹਾਡਾ ਮਾਈਂਡ ਉਦਾਂ ਦਾ ਬਣ ਜਾਂਦਾ ਹੈ, ਹੈਨਾ। ਇਹ ਨਹੀਂ ਮੈਂ ਕਹਿ ਰਹੀ ਵੀ ਤੁਸੀਂ ਵੀ ਡਰਗ ਐਡਿਕਟਡ ਹੋ ਜਾਂਦੇ ਹੋ ਜਾਂ ਤੁਸੀਂ ਵੀ ਮਾਰ ਕੁੱਟਣ ਲੱਗ ਜਾਂਦੇ ਹੋ, ਪਰ ਤੁਹਾਡੇ ਮਾਈਂਡ ਦੇ ਵਿੱਚ ਡਰ ਬੈਠਣਾ ਸ਼ੁਰੂ ਹੋ ਜਾਂਦਾ ਹੈ ਨਾ। ਜਿਹੜਾ ਉਹ ਡਰ ਹੁੰਦਾ ਉਹ ਵੀ ਕਿਤੇ ਨਾ ਕਿਤੇ ਸਟ੍ਰੈਸ ਦਾ ਹੀ, ਮਤਲਬ ਜਿਹੜਾ ਡਿਪਰੈਸ਼ਨ ਹੈ ਉਹਦਾ ਹੀ ਹਿੱਸਾ ਆ, ਵੀ ਤੁਸੀਂ ਆਲੇ ਦੁਆਲੇ ਦੀਆਂ ਆਪਣੀਆਂ ਚੀਜ਼ਾਂ ਜਾਂ ਘਰ ਦੀਆਂ ਜਿਹੜੀਆਂ ਤੁਹਾਡੀਆਂ ਚੀਜ਼ਾਂ ਹੋ ਰਹੀਆਂ ਆ ਉਹਨਾਂ ਨੂੰ ਦੇਖ ਕੇ ਬਾਰ-ਬਾਰ ਉਹਨਾਂ ਚੀਜ਼ਾਂ ਤੇ ਸੋਚ ਰਹੇ ਹੋ। ਤੀਜੀ ਗੱਲ, ਲੋਕਾਂ ਦੇ ਤਾਨੇ, ਹਨਾ, ਇਹ ਤਾਂ ਮੇਨ ਹੁੰਦਾ। ਇਹ ਮੇਨ ਹੁੰਦਾ ਅੱਜ ਕੱਲ ਜ਼ਿਆਦਾਤਰ ਜਿਹੜਾ ਡਿਪਰੈਸ਼ਨ ਹੈ ਉਹਦੇ ਕਰਕੇ ਵੀ ਆ ਰਿਹਾ ਹੈ ਨਾ। ਲੋਕ ਜਦੋਂ ਤਾਨੇ ਮਾਰਦੇ ਆ, ਮੰਨ ਲਓ ਹੁਣ ਦੇਖੋ ਲੋਕਾਂ ਦਾ ਕੰਮ ਹੁੰਦਾ ਬੋਲਣਾ। ਮੈਂ ਉਹੀ ਤਾਂ ਗੱਲ ਕਹਿਣਾ ਚਾਹੁੰਦਾ ਹੈਗਾ, ਜਦੋਂ ਲੋਕ ਤਾਂ ਚਲੋ ਮਾਰਦੇ ਹੀ ਮਾਰਦੇ, ਪਰ ਰਿਸ਼ਤੇਦਾਰ ਇੱਥੇ ਜ਼ਿਆਦੇ ਆ। ਹਾਂ, ਰਿਸ਼ਤੇਦਾਰ ਈਵਨ ਕਈਆਂ ਦੇ ਘਰ ਦੇ ਵੀ ਹੁੰਦੇ ਆ, ਹਨਾ, ਉਹਦੇ ਕਰਕੇ ਫਿਰ ਜ਼ਿਆਦਾ ਡਿਪਰੈਸ਼ਨ ਆ। ਚਲੋ ਆਪਾਂ ਲੋਕਾਂ ਦਾ ਤੇ ਕੁੜੀਆਂ ਸੁਣ ਲੈਂਦੇ, ਚਲੋ ਆਪਾਂ ਬਾਹਰ ਜਦੋਂ ਹੁੰਦਾ ਨਾ ਘਰਦਿਆਂ ਦੀ ਗੱਲ ਜਾਂ ਰਿਸ਼ਤੇਦਾਰਾਂ ਦੀ, ਫਿਰ ਜ਼ਿਆਦਾ ਅਟੈਕ ਕਰਦੇ ਹੋ। ਹਾਂ, ਇਹ ਤਾਨਿਆਂ ਤੋਂ ਵੀ ਸਭ ਤੋਂ ਵੱਡਾ ਰੀਜ਼ਨ ਕੀ ਹੈ? ਉਹ ਰੀਜ਼ਨ ਇਹ ਹੈ ਵੀ ਅੱਜ ਕੱਲ ਆਪਾਂ ਆਪਣੇ ਸ਼ੌਂਕ ਇੰਨੇ ਪਾਲ ਲਏ, ਆਪਣੇ ਸਿਰ ਤੇ ਬੋਝ ਇੰਨੇ ਲੈ ਲਏ, ਜੌਬ ਦਾ ਬੋਝ, ਫੈਮਿਲੀ ਦਾ ਬੋਝ, ਵੱਡੀ ਗੱਡੀ ਦਾ ਬੋਝ, ਘਰ ਦਾ ਬੋਝ, ਵੀ ਮੈਂ ਘਰ ਲੈਣਾ ਆ, ਹਨਾ, ਫਲਾਨਾ ਬੰਦਾ ਮੇਰੇ ਤੋਂ ਅੱਗੇ ਕਿਵੇਂ ਨਿਕਲ ਗਿਆ ਉਹਦਾ ਬੋਝ, ਜੈਲਸੀ, ਹਨਾ, ਤੇ ਐਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਇਹਦੇ ਕਰਕੇ ਸਟ੍ਰੈਸ ਆਉਂਦਾ। ਔਰ ਇੱਕ ਹੋਰ ਰੀਜ਼ਨ ਇਹ ਵੀ ਆ ਵੀ ਤੁਸੀਂ ਆਪਣੇ ਆਪ ਨੂੰ ਟਾਈਮ ਦੇਣਾ ਬੰਦ ਕਰਤਾ, ਕਿਉਂਕਿ ਜਿਹੜੀ ਅੱਜ ਕੱਲ ਦੀ ਲਾਈਫ ਹੈ ਨਾ ਉਹ ਇੰਨੀ ਕੁ ਭੱਜ ਦੌੜ ਵਾਲੀ ਆਪਾਂ ਬਣਾ ਲਈ ਆ। ਅੱਗੇ ਪਤਾ ਕੀ ਹੁੰਦਾ ਸੀਗਾ, ਅੱਗੇ ਇਹ ਹੁੰਦਾ ਸੀ ਵੀ ਜਦੋਂ ਆਪਾਂ ਕੰਮ ਕਰ ਲਿਆ ਤਾਂ ਜੇ ਸੰਡੇ ਆ ਜਾਂ ਸੈਟਰਡੇ ਆ ਉਹਨੂੰ ਇੰਜੋਏ ਕਰਦੇ ਸੀਗੇ, ਪੈਸੇ ਪਿੱਛੇ ਲੋਕ ਘੱਟ ਭੱਜਦੇ ਸੀ, ਫੈਮਿਲੀ ਨਾਲ ਬੈਠਦੇ ਸੀਗੇ, ਫੈਮਿਲੀ ਨਾਲ ਰੋਟੀ ਪਾਣੀ ਖਾਣਾ, ਬਾਹਰ ਪਿਕਨਿਕ ਵਗੈਰਾ ਤੇ ਜਾਣਾ, ਇਹ ਚੀਜ਼ਾਂ ਹੁੰਦੀਆਂ ਪਹਿਲਾਂ, ਇਹ ਚੀਜ਼ਾਂ ਹੁੰਦੀਆਂ ਸੀ। ਪਰ ਹੁਣ ਕੀ ਹੋ ਗਿਆ ਆ, ਹੁਣ ਇਹ ਹੁੰਦਾ ਵੀ ਜੇ ਮੈਂ ਸੰਡੇ ਐਕਸਟਰਾ ਸ਼ਿਫਟ ਲਾ ਲੂੰ ਜਾਂ ਐਕਸਟਰਾ ਡੇ ਲਾ ਲੂੰਗਾ, ਹੈ ਨਾ, ਤਾਂ ਮੈਨੂੰ ਐਕਸਟਰਾ ਮਨੀ ਮਿਲ ਜੂ। ਸਹੀ ਗੱਲ। ਸੋ ਇਹ ਵੀ ਚੀਜ਼ਾਂ ਹੈਗੀਆਂ ਆ ਵੀ ਜਦੋਂ ਆਪਾਂ ਪੈਸੇ ਪਿੱਛੇ ਜ਼ਿਆਦਾ ਭੱਜਦੇ ਆ ਤਾਂ ਆਪਣੇ ਸਿਰ ਆਪ ਜ਼ਿਆਦਾ ਜ਼ਿੰਮੇਵਾਰੀਆਂ ਸਹੇੜ ਲੈਂਦੇ ਆ, ਤਾਂ ਉਹ ਵੀ ਇੱਕ ਰੀਜ਼ਨ ਬਣਦਾ ਸਟ੍ਰੈਸ ਦਾ। ਸਟ੍ਰੈਸ ਤੋਂ ਅੱਗੇ ਐਂਜ਼ਾਈਟੀ, ਐਂਜ਼ਾਈਟੀ ਤੋਂ ਅੱਗੇ ਡਿਪਰੈਸ਼ਨ। ਸੋ ਇਹ ਚੀਜ਼ਾਂ ਨਾਲ ਡਿਪਰੈਸ਼ਨ ਆਉਂਦਾ। ਮੈਨੂੰ ਸਹੀ ਗੱਲ ਆ। ਇੱਕ ਚੀਜ਼ ਹੋਰ ਹੁੰਦੀ ਹੈ ਇੱਥੇ ਕਿ ਜਿੱਦਾਂ ਮੰਨ ਲਓ ਹੁਣ ਅੱਜ ਕੱਲ੍ਹ ਡਿਪਰੈਸ਼ਨ ਆ ਰਿਹਾ ਲੋਕਾਂ ਨੂੰ, ਹਾਂਜੀ, ਮੈਂ ਸਾਰਿਆਂ ਨੂੰ ਇੱਕੋ ਗੱਲ ਕਹਿਣਾ ਚਾਹੂੰਗਾ ਕਿ ਆਪਾਂ ਜਦੋਂ ਲੋਕਾਂ ਦੀ ਗੱਲਾਂ ਸੁਣਦੇ ਆ ਨਾ, ਕਿ ਜਦੋਂ ਆਪਾਂ ਮੰਨ ਲਓ ਹੁਣ ਕੰਮ ਕਰ, ਅਸੀਂ ਕੰਮ ਕਰ ਰਹੇ, ਫੋਰ ਐਗਜ਼ਾਮਪਲ ਤੁਹਾਨੂੰ ਮੈਂ ਦੇ ਰਿਹਾ, ਹੁਣ ਆਪਾਂ ਕੰਮ ਕਰ ਰਹੇ, ਵਲੌਗਿੰਗ ਦਾ ਕੰਮ ਕਰ ਰਹੇ ਆ, ਪੋਡਕਾਸਟ ਦਾ ਕੰਮ ਕਰ ਰਹੇ ਆ, ਤਾਂ ਲੋਕੀ ਕਹਿੰਦੇ ਆ ਕਿਹੜੇ ਵੇਲੇ ਕੰਮੀ ਲੱਗੇ ਹੋ, ਹਾਂਜੀ, ਹਨਾ, ਆ ਕੀ ਇਹ ਕੋਈ ਕੰਮ ਹੈ, ਆ ਇਦਾਂ ਹੈ, ਤੁਹਾਨੂੰ ਕਿਹੜਾ ਜੇ ਕੋਈ ਪੈਸਾ ਆਉਂਦਾ, ਤੁਹਾਨੂੰ ਕਿਹੜਾ ਤੋਂ ਬਣਦਾ, ਤੁਸੀਂ ਆਪਣਾ ਜੌਬ ਕਰੋ, ਆਪਣਾ ਤੁਸੀਂ ਘਰ ਸੈੱਟ ਕਰੋ, ਫਿਰ ਉਹ ਦਿਮਾਗ ਤੇ ਇੱਥੇ ਜਾਂਦੀਆਂ ਗੱਲਾਂ, ਹਾਂ, ਜਾਂਦੀਆਂ ਨਾ, ਬਿਲਕੁਲ। ਤੇ ਫਿਰ ਆਪਾਂ ਉਹ ਗੱਲਾਂ ਨੂੰ ਕਿਆ ਕਰਦੇ, ਇੱਥੋਂ ਲੈ ਕੇ ਆਪਣੇ ਅੰਦਰ ਉਹਨੂੰ ਰੱਖਦੇ ਆ, ਬਿਮਾਰੀਆਂ ਪੈਦਾ ਕਰਦੇ ਆ ਉਹਨੂੰ। ਜਦੋਂ ਆਪਾਂ ਅੰਦਰ ਰੱਖਾਂਗੇ ਤਾਂ ਉਹ ਡਿਪਰੈਸ਼ਨ ਹੀ ਬਣੂਗਾ। ਜਦੋਂ ਉਹਨਾਂ ਨੇ ਤੁਹਾਨੂੰ ਗੱਲ ਇਹ ਚੀਜ਼ ਕਹਿਤੀ, ਹੁਣ ਸਾਨੂੰ ਮੰਨ ਲਓ ਕਿ ਕਹਿਤਾ, ਤੇ ਆਪਾਂ ਕੀ ਕਰਨਾ, ਇਧਰੋਂ ਸੁਣ ਕੇ ਦੂਜੇ ਪਾਸੋਂ ਕੱਢ ਦੇਣਾ, ਠੀਕ ਹੈ। ਜਦੋਂ ਆਪਾਂ
ਉਹਨੂੰ ਅੰਦਰ ਪਾਵਾਂਗੇ ਉਹ ਡਿਪਰੈਸ਼ਨ ਪੈਦਾ ਹੋਊਗਾ ਹੀ ਹੋਊਗਾ। ਉਹ ਫਿਰ ਅੰਦਰ ਆਪਣੀਆਂ ਕਈ ਚੀਜ਼ਾਂ ਆਰਗਨਸ ਹੁੰਦੇ ਆ ਜਿਨ੍ਹਾਂ ਨੂੰ ਅਟੈਕ ਕਰਦਾ ਆ ਹਨਾ। ਹੁਣ ਮੈਂ ਇੱਥੇ ਜਿੱਦਾਂ ਤੁਸੀਂ ਕਹਿ ਰਹੇ ਹੋ ਹਨਾ, ਮੈਂ ਆਪਦੀ ਸਟੋਰੀ ਸ਼ੇਅਰ ਕਰਦੀ ਹਾਂ। ਹੁਣ ਜਦੋਂ ਮੇਰੇ ਤੇ ਡਿਪਰੈਸ਼ਨ ਆਇਆ ਸੀਗਾ ਹਨਾ, ਤਾਂ ਉਦੋਂ ਮੇਰੇ ਨਾਲ ਕੀ ਹੋਇਆ ਸੀ, ਸਭ ਤੋਂ ਪਹਿਲਾਂ ਮੈਨੂੰ ਨਾ ਮਤਲਬ ਇੰਟਰਨਲ ਪ੍ਰੋਬਲਮ ਸਟਾਰਟ ਹੋਈਆਂ ਸੀਗੀਆਂ। ਮਤਲਬ ਐਜ਼ ਅ ਗਰਲ ਜੋ ਗਰਲਸ ਨੂੰ ਪ੍ਰੋਬਲਮਸ ਹੁੰਦੀਆਂ ਹੈ ਨਾ, ਮੈਨੂੰ ਇੰਟਰਨਲੀ ਇੰਨੀਆਂ ਕੁ ਪ੍ਰੋਬਲਮ ਸਟਾਰਟ ਹੋ ਗਈਆਂ, ਮੈਨੂੰ ਸਮਝ ਨਹੀਂ ਸੀ ਆਉਂਦਾ ਵੀ ਮੇਰੇ ਨਾਲ ਇਹ ਚੀਜ਼ਾਂ ਹੋ ਕੀ ਰਹੀਆਂ। ਬਿਲਕੁਲ ਕਦੇ ਦੇਖਿਆ ਨਹੀਂ ਸੀ ਉਹ ਚੀਜ਼ਾਂ, ਦੇਖਿਆ ਨਹੀਂ ਸੀ। ਇਹ ਕੁੜੀਆਂ ਦੇ ਨਾਲ ਇਹ ਚੀਜ਼ਾਂ ਜ਼ਿਆਦਾ ਹੁੰਦੀਆਂ ਨਾ। ਤੇ ਫਿਰ ਹੌਲੀ ਹੌਲੀ ਇੰਟਰਨਲ ਤੋਂ ਐਕਸਟਰਨਲ ਆਉਣੀਆਂ ਸ਼ੁਰੂ ਹੋ ਗਈਆਂ। ਮੈਂ ਆਪ ਤੁਹਾਨੂੰ ਦੱਸਦੀ ਹਾਂ ਵੀ ਜਦੋਂ ਮੈਨੂੰ ਡਿਪਰੈਸ਼ਨ ਆਇਆ ਤਾਂ ਮੈਨੂੰ PCOS ਦੀ ਪ੍ਰੋਬਲਮ ਆ ਗਈ ਹੈ ਨਾ। ਉਸ ਦੇ ਨਾਲ ਹੋਰ ਵੀ ਵਾਈਟਮਿਨਸ ਡ੍ਰੌਪ ਹੋ ਗਏ, ਫੀਵਰ ਰਹਿਣਾ ਸਟਾਰਟ ਹੋ ਗਿਆ ਹੈ ਨਾ। ਮਤਲਬ ਮੈਨੂੰ ਹੀਟਰ ਵੀ ਚੱਲਦਾ ਹੁੰਦਾ ਸੀ, ਉਹਦੇ 'ਚ ਵੀ ਮੈਂ ਕੰਬਦੀ ਹੁੰਦੀ ਸੀਗੀ, ਕਿਉਂਕਿ ਜਦੋਂ ਡਿਪਰੈਸ਼ਨ ਐਕਸੈਸ 'ਚ ਹੋ ਜਾਂਦਾ ਨਾ ਤਾਂ ਤੁਹਾਡੀ ਬੋਡੀ ਤੇ ਹਿੱਟ ਕਰਦਾ, ਵੀਕਨੈਸ ਬਹੁਤ ਜ਼ਿਆਦਾ ਵੱਧ ਗਈ ਸੀਗੀ ਹੈ ਨਾ। ਤੇ ਉਸ ਤੋਂ ਬਾਅਦ ਕੀ ਹੁੰਦਾ, ਫੇਸ਼ੀਅਲ ਹੇਅਰ ਗਰੋਥ ਹੋਣੀ ਸਟਾਰਟ ਹੋ ਜਾਂਦੀ ਹੈ। ਮੈਂ ਚਿੜਚਿੜੀ ਰਹਿਣਾ ਸਟਾਰਟ ਕਰ ਦਿੱਤਾ। ਮੰਨ ਲਓ ਜਿੱਦਾਂ ਇਹਨਾਂ ਨਾਲ ਵੀ ਮੇਰੀ ਕੋਈ ਗੱਲ ਹੁੰਦੀ ਸੀਗੀ ਤਾਂ ਛੋਟੀ ਜਿਹੀ ਗੱਲ ਤੇ ਮੈਂ ਲੜ ਪੈਣਾ। ਮੈਂ ਇੱਕ ਗੱਲ ਸ਼ੇਅਰ ਕਰਨਾ ਚਾਹੂੰਗਾ ਇੱਥੇ ਵੀ ਜਿਵੇਂ ਕੀ ਹੁੰਦਾ ਹੈਗਾ ਕਿ ਜਿੱਦਾਂ ਇਹਨਾਂ ਨੇ ਕੋਈ ਮੈਨੂੰ ਗੱਲ ਕਹਿਤੀ, ਇਹ ਕਾਫੀ ਚੀਜ਼ਾਂ ਲੋਕਾਂ ਨੂੰ ਹੁੰਦੀਆਂ ਹੋਣਗੀਆਂ ਜਿਹੜੇ ਕੁੜੀਆਂ ਤੇ ਚਲੋ ਜਿਹੜੀਆਂ ਵਿਆਹੀਆਂ ਆ। ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹੀਦਾ ਜੇ ਉਹਦੇ ਹਸਬੈਂਡ ਜੇ ਉਹਨਾਂ ਨੇ ਦੇਖ ਰਹੇ ਆ, ਜੇ ਤੁਹਾਡੀ ਘਰ ਵਾਲੀ ਨੂੰ ਇਦਾਂ ਦੀ ਦਿੱਕਤ ਹੈਗੀ ਤਾਂ ਸਾਥ ਦਿਓ। ਕਿਉਂਕਿ ਮੈਂ ਦੇਖਿਆ ਜਿਹੜੇ ਡਿਪਰੈਸ਼ਨ 'ਚ ਘੱਟੋ ਘੱਟ ਨਹੀਂ ਤਾਂ ਮੈਨੂੰ ਲੱਗਦਾ 3-4 ਮਹੀਨੇ ਦਾ ਤੁਸੀਂ ਰਹੇ ਹੀ ਆ ਰੈਗੂਲਰ, 5-6 ਮਹੀਨੇ ਦੀ ਹਨਾ। ਤੇ ਇਹ ਡਿਪਰੈਸ਼ਨ 'ਚ ਰਹੇ ਆ। ਇਹਨਾਂ ਨੂੰ ਕੀ ਹੋਣਾ ਕਿ ਮੰਨ ਲਓ ਮੈਂ ਕੋਈ ਗੱਲ ਕਹਿਤੀ, ਆਪਾਂ ਇੱਦਾਂ ਬੈਠੇ ਆ ਵੀ ਆਪਾਂ ਜਿੱਦਾਂ ਸਲਾਹ ਕਰਦੇ ਆ ਘਰੇ, ਤੇ ਆਪਾਂ ਇਹਨੂੰ ਕੋਈ ਗੱਲ ਕਹਿਤੀ, ਮੈਂ ਇੰਨੇ ਉਹ ਟੌਪਿਕ ਤੇ ਲੈ ਕੇ ਬਹਿਣਾ ਬਸ ਇੱਕ ਵਾਰੀ ਸੋਚ ਲੈਣਾ ਟੌਪਿਕ ਤੇ 24 ਘੰਟੇ ਇੱਕੋ ਟੌਪਿਕ ਤੇ, ਇਹ ਤੂੰ ਮੈਨੂੰ ਕਹਿ ਕਿੱਦਾਂ ਦਿੱਤਾ, ਇਹ ਰੋਣ ਲੱਗ ਪੈਣਾ। ਉਹ ਗਰਾਰੀ ਨਹੀਂ ਅੜਦੀ ਹੁੰਦੀ ਬੰਦੇ ਦੀ, ਰੋਣ ਲੱਗ ਪੈਣਾ ਇਹਨੇ ਕਿ ਇਹ ਕਹਿ ਕਿਉਂ ਦਿੱਤਾ ਮੈਨੂੰ। ਮੈਂ ਕਿਹਾ ਯਾਰ ਤੂੰ ਮੈਂ ਇੱਕ ਨਾਰਮਲ ਗੱਲ ਕੀਤੀ ਹੈ, ਕੀ ਹੋ ਗਿਆ ਤੈਨੂੰ। ਤੇ ਮੈਨੂੰ ਤਾਂ ਪਤਾ ਹੀਗਾ ਤੂੰ ਜਿੱਦਾਂ ਡਿਪਰੈਸ਼ਨ ਸੀਗਾ, ਪਰ ਇਹਨੇ ਮੈਨੂੰ ਬੋਲਣਾ ਵੀ ਕਿ ਨਹੀਂ ਤੂੰ ਕਿੱਦਾਂ ਕਿਹਾ, ਕਿ ਬਸ ਕਿਹਾ ਕਿੱਦਾਂ। ਪਰ ਮੈਂ ਉਹ ਚੀਜ਼ ਦਾ ਬਹੁਤਾ ਆਪਣੇ ਦਿਮਾਗ ਤੇ ਬੋਝ ਨਹੀਂ ਦਿੱਤਾ। ਮੈਂ ਇਹਦੀ ਗੱਲਾਂ ਤੇ ਹੱਸ ਕੇ ਟਾਲ ਦਿੰਦਾ ਹੁੰਦਾ, ਬਹੁਤ ਸਾਥ ਦਿੱਤਾ। ਚਲੋ ਮੈਂ ਆਪਣੇ ਮੂੰਹ ਹੀ ਦੱਸ ਰਿਹਾ, ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਜੇ ਕੋਈ ਇਹਦਾ ਹਸਬੈਂਡ ਵੇਖਦਾ ਪਿਆ ਆ ਤੇ ਆਪਣੀ ਵਾਈਫ ਦਾ ਜ਼ਰੂਰ ਸਾਥ ਦਿਓ। ਇੱਦਾਂ ਹੀ ਹਸਬੈਂਡ ਤੇ ਵੀ ਹੈ, ਜੇ ਹਸਬੈਂਡ ਤੇ ਵੀ ਇੱਦਾਂ ਦੀ ਕੋਈ ਚੀਜ਼ ਆਉਂਦੀ ਹੈ ਤਾਂ ਜਿਹੜਾ ਉਹਦਾ ਲਾਈਫ ਪਾਰਟਨਰ ਹੁੰਦਾ ਹੈ ਜਾਂ ਫੈਮਿਲੀ ਮੈਂਬਰਸ ਹੁੰਦੇ ਆ, ਸਭ ਤੋਂ ਪਹਿਲਾਂ ਉਹੀ ਹੁੰਦੇ ਆ ਜਿਹੜੇ ਡਿਪਰੈਸ਼ਨ ਚੋਂ ਕੱਢ ਸਕਦੇ। ਕਿਉਂਕਿ ਡਿਪਰੈਸ਼ਨ ਦੇ ਵਿੱਚ ਨਾ ਸਟੇਟ ਆਫ ਮਾਈਂਡ ਇੱਦਾਂ ਦੀ ਹੋ ਜਾਂਦੀ ਬੰਦੇ ਦੀ, ਉਹ ਨਾ ਆਪਦਾ ਚੰਗਾ ਮਾੜਾ ਕੁਛ ਨਹੀਂ ਫਿਰ ਸੋਚ ਸਕਦਾ ਹੈ ਨਾ। ਤੇ ਉਸ ਟਾਈਮ ਤੇ ਜੇ ਉਹਦਾ ਸਾਥ ਸਾਰੇ ਛੱਡ ਜਾਣ ਤਾਂ ਫਿਰ ਉਹ ਲੀਡ ਟੂ ਡੈਥ ਵੀ ਹੋ ਜਾਂਦਾ ਹੈ ਨਾ। ਜੇ ਉਸ ਟਾਈਮ ਸਾਥ ਨਾ ਮਿਲੇ ਡਿਪਰੈਸ਼ਨ ਵਾਲੇ ਬੰਦੇ ਨੂੰ ਫਿਰ ਬਹੁਤ ਔਖਾ ਆ। ਤੇ ਇੱਦਾਂ ਹੀ ਇਰੀਟੇਸ਼ਨਸ ਹੋਣੀਆਂ ਸਟਾਰਟ ਹੋ ਗਈਆਂ, ਇੰਟਰਨਲ ਪ੍ਰੋਬਲਮਸ ਵੀ ਸਟਾਰਟ ਹੋ ਗਈਆਂ, ਤੇ ਬੋਡੀ 'ਚ ਦਿੱਕਤ ਆਉਣ ਲੱਗ ਗਈ, weight ਬਹੁਤ ਜ਼ਿਆਦਾ ਗੇਨ ਹੋਣ ਲੱਗ ਗਿਆ। ਈਵਨ ਹੁਣ ਵੀ ਜੇ ਮੇਰਾ weight ਇੰਨਾ ਗੇਨ ਆ ਤਾਂ ਉਹਦਾ ਰੀਜ਼ਨ ਸਟ੍ਰੈਸ ਆ, ਉਹਦਾ ਰੀਜ਼ਨ ਡਿਪਰੈਸ਼ਨ ਆ। ਹੁਣ ਤਾਂ ਚਲੋ ਮੈਨੂੰ 1 ਸਾਲ ਹੋ ਗਿਆ ਵੀ ਮੈਂ ਨੋਰਮਲ ਆ ਹੈ ਨਾ। ਤੇ ਪਰ ਉਹ ਜਿਹੜਾ 6 ਮਹੀਨੇ ਸੀਗੇ ਮੇਰੀ ਲਾਈਫ ਦੇ, ਉਹ ਕਿਤੇ ਨਾ ਕਿਤੇ ਮੈਨੂੰ ਅੱਜ ਵੀ ਤੰਗ ਕਰਦੇ ਆ, ਕਿਉਂਕਿ ਉਹ ਮੇਰੇ ਲਈ ਹੈਲਥ ਪ੍ਰੋਬਲਮਸ ਛੱਡ ਗਈ। ਸੋ ਮੈਂ ਇਹੀ ਕਹੂੰਗੀ ਵੀ ਜਿੰਨੀ ਜਲਦੀ ਹੋ ਸਕੇ ਡਿਪਰੈਸ਼ਨ ਚੋਂ ਤੁਸੀਂ ਬਾਹਰ ਆਓ ਜੇ ਤੁਸੀਂ ਹੈਗੇ ਹੋ ਹੈ ਨਾ। ਕਿਉਂਕਿ ਅੱਜ ਦੀ ਡੇਟ 'ਚ ਨਾ ਆਲਮੋਸਟ ਆਪਾਂ ਇਹ ਕਹਿ ਸਕਦੇ ਵੀ 10 ਚੋਂ 6 ਬੰਦਿਆਂ ਨੂੰ ਡਿਪਰੈਸ਼ਨ ਹੁੰਦਾ ਹੀ ਹੁੰਦਾ ਹੈ, ਕਿਉਂਕਿ ਟੈਨਸ਼ਨਾਂ ਇੰਨੀਆਂ ਵੱਧ ਗਈਆਂ ਹੋਈਆਂ। ਟੈਨਸ਼ਨਾਂ ਮੈਂ ਕਹਾਂ ਸੱਚੀ ਸਰ ਫਾਲਤੂ ਦੀਆਂ ਪਈਆਂ ਹੋਈਆਂ। ਦੇਖੋ ਠੀਕ ਆ, ਪਹਿਲਾਂ ਹੁੰਦਾ ਸੀਗਾ, ਪਹਿਲਾਂ ਲੋਕੀ ਕੋਈ ਚੀਜ਼ ਦੀ ਟੈਨਸ਼ਨ ਨਹੀਂ ਲੈਂਦੇ ਹੁੰਦੇ ਸੀਗੇ। ਅੱਜ ਕੱਲ ਤਾਂ ਬਸ ਗੱਡੀਆਂ ਕਾਰਾਂ ਦੀਆਂ, ਫੋਨਾਂ ਦੀਆਂ, ਘਰਾਂ ਦੀਆਂ, ਕੋਈ ਨਾ ਕੋਈ ਸ਼ੌਂਕ ਨੂੰ ਲੈ ਕੇ ਟੈਨਸ਼ਨਾਂ ਵਧੀਆਂ ਹੋਈਆਂ। ਅਦਰਵਾਈਜ਼ ਉਦਾਂ ਕੋਈ ਗੱਲ ਨਹੀਂ ਹੈ ਕਿ ਵੇਖੋ ਰੋਟੀ ਤਾਂ ਰੱਬ ਨੇ ਦਿੱਤੀ ਹੋਈ ਹਰ ਇੱਕ ਕਰਮਾਂ 'ਚ ਨਾ। ਸਹੀ ਗੱਲ ਹੈ। ਤੇ ਮੇਰੇ ਨਾਲ ਕੀ ਹੁੰਦਾ ਸੀਗਾ, ਮੇਰੇ ਨਾਲ ਵੀ ਸੇਮ ਚੀਜ਼ ਇਹੀ ਸੀਗੀ। ਉਸ ਟਾਈਮ ਤੇ ਮੈਨੂੰ ਨੀਂਦ ਨਹੀਂ ਸੀ ਆਉਂਦੀ ਹੁੰਦੀ ਹਨਾ। ਮੈਂ 3 ਵੱਜ ਜਾਣੇ, 4 ਵੱਜ ਜਾਣੇ, ਮੇਰੇ ਪੈਰਾਂ 'ਚੋਂ ਸੇਕ ਬਹੁਤ ਨਿਕਲਦਾ ਸੀ, ਸਵੈਲਿੰਗ ਬਹੁਤ ਹੁੰਦੀ ਸੀਗੀ ਹਨਾ ਪੈਰਾਂ ਦੇ ਵਿੱਚ। ਤੇ ਉਦੋਂ ਚਲੋ ਮੇਰੇ ਹਸਬੈਂਡ ਨਾਲ ਸੀਗੇ ਹਨਾ, ਇਹਨਾਂ ਨੇ ਪੈਰਾਂ ਦੀ ਮਸਾਜ ਕਰ ਕਰਕੇ ਮੈਨੂੰ ਸਵਾਉਣਾ ਵੀ ਇਹ ਕਿਸੇ ਨਾ ਕਿਸੇ ਤਰ੍ਹਾਂ ਸੋ ਜਾਵੇ। ਕਿਉਂਕਿ ਜਦੋਂ ਮੈਂ ਸੌਂਦੀ ਨਹੀਂ ਸੀਗੀ ਹਨਾ ਤਾਂ ਮੇਰੇ ਡਾਰਕ ਸਰਕਲਸ ਹੋਣੇ ਸਟਾਰਟ ਹੋ ਗਏ ਸੀਗੇ, ਤੇ ਅੱਖਾਂ 'ਚ ਸਵੈਲਿੰਗ ਰਹਿਣੀ। ਫਿਰ ਮੈਂ ਸਵੇਰੇ 3-4 ਵਜੇ ਸੌਣਾ ਤੇ ਫਿਰ ਮੈਂ 11-12 ਵਜੇ ਤੱਕ ਉੱਠਣਾ ਹੀ ਨਾ, ਮੇਰੀ ਅੱਖ ਹੀ ਨਾ ਖੁੱਲਣੀ। ਜੇ ਅੱਖ ਖੁੱਲ ਗਈ ਤਾਂ ਜਿੱਦਾਂ ਹੱਥ ਪੈਰ ਐਦਾਂ ਫੀਲ ਹੁੰਦਾ ਸੀ ਵੀ ਇਹਨਾਂ ਦੇ ਵਿੱਚ ਜਾਨ ਹੀ ਹੈ ਨਹੀਂ ਗੀ, ਜਿੱਦਾਂ ਐ ਹੱਥ ਵੀ ਚੱਕਣਾ ਤਾਂ ਉਹ ਡਿੱਗ ਜਾਣਾ ਨੀਚੇ। ਇੱਦਾਂ ਦੀ ਪ੍ਰੋਬਲਮਸ ਆਉਣੀਆਂ ਸਟਾਰਟ ਹੋ ਗਈਆਂ ਮੈਨੂੰ ਹੈ ਨਾ। ਫਿਰ ਰੋਂਦੇ ਰਹਿਣਾ,
ਵੀ ਕੋਈ ਵੀ ਹੈ, ਚਲੋ ਇਹਨਾਂ ਨੇ ਕਹਿਤੀ ਜਾਂ ਮੈਂ ਕਿਸੇ ਨੂੰ ਕੁਝ ਪਲਟ ਕੇ ਜਵਾਬ ਨਹੀਂ ਸੀ ਦਿੰਦੀ ਹੁੰਦੀ, ਕਿਉਂਕਿ ਸਟੇਟ ਆਫ ਮਾਈਂਡ ਇਦਾਂ ਦੀ ਸੀਗੀ, ਹੈ ਨਾ। ਨਹੀਂ ਤਾਂ ਪਹਿਲੀ ਅਮਨ ਜਿਹੜੀ ਸੀਗੀ ਜਾਂ ਹੁਣ ਦੀ ਅਮਨ ਹੈ ਜਿਹੜੀ, ਉਹ ਕਦੀ ਕਿਸੇ ਤੋਂ ਧੱਕਾ ਨਹੀਂ ਸਹਿੰਦੀ ਹੈਗੀ, ਹੈ ਨਾ। ਜੇ ਕੁਛ ਉਹਨੂੰ ਕੋਈ ਬੋਲਦਾ ਆ ਤਾਂ ਪਲਟ ਕੇ ਜਵਾਬ ਦਿੰਦੀ ਆ ਉਹ। ਤੇ ਉਸ ਟਾਈਮ ਦੇ ਵਿੱਚ ਜਵਾਬ ਨਹੀਂ ਦੇਣਾ, ਬਸ ਆਪਦੇ ਅੰਦਰ ਉਸ ਗੱਲ ਨੂੰ ਰੱਖ ਕੇ ਉਹਨੂੰ ਸੋਚ ਕੇ, ਹੈ ਨਾ, ਰੋਈ ਜਾਣਾ। ਮਤਲਬ ਆਪਾਂ ਨਾ ਐਕਸੈਸ 'ਚ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਜਦੋਂ ਆਪਾਂ ਡਿਪਰੈਸ਼ਨ 'ਚ ਹੁੰਦੇ ਹਾਂ। ਤਾਂ ਮਤਲਬ ਐਡੀ ਕੋਈ ਗੱਲ ਹੁੰਦੀ ਵੀ ਨਹੀਂ, ਕੋਈ ਮੁੱਦਾ ਨਹੀਂ ਹੁੰਦਾ ਹੈਗਾ, ਐਵੇਂ ਧੱਕੇ ਨਾਲ ਹੀ ਸੋਚੀ ਜਾਣਾ ਗਰਾਰੀ ਅੜ ਜਾਂਦੀ ਸੀ, ਹੈ ਨਾ, ਵੀ ਸੋਚੀ ਜਾਣਾ ਉਹਨੂੰ ਫਾਲਤੂ ਦੇ ਵਿੱਚ। ਤੇ ਕੁਛ ਜਿੱਦਾਂ ਮੇਰੀ ਫੈਮਿਲੀ ਸੀਗੀ ਜਾਂ ਮੇਰੀ ਫੈਮਿਲੀ ਨਹੀਂ ਸੀਗੀ, ਤਾਂ ਮੈਨੂੰ ਉਹਨਾਂ ਦੀ ਕਮੀ ਬਹੁਤ ਫੀਲ ਹੋਣ ਲੱਗ ਗਈ ਉਸ ਟਾਈਮ 'ਤੇ, ਹੈ ਨਾ। ਵੈਸੇ ਵੀ ਚਲੋ ਫੀਲ ਹੁੰਦੀ ਆ, ਪਰ ਜਦੋਂ ਬੰਦਾ ਡਿਪਰੈਸ਼ਨ 'ਚ ਹੁੰਦਾ ਉਦੋਂ ਮੈਂ ਉਹਨਾਂ ਨੂੰ ਯਾਦ ਕਰਕੇ ਰੋਈ ਜਾਣਾ, ਹੈ ਨਾ, ਵੀ ਕਾਸ਼ ਉਹ ਹੁੰਦੇ। ਮੈਂ ਇਸੇ ਕਰਕੇ ਪਹਿਲਾਂ ਮੈਂਸ਼ਨ ਕੀਤਾ ਸੀਗਾ ਵੀ ਤੁਹਾਡਾ ਫੈਮਿਲੀ ਬੈਕਗਰਾਊਂਡ ਜਿੱਦਾਂ ਹੁੰਦਾ ਆ, ਜੇ ਉਹਦੇ ਵਿੱਚ ਕੋਈ ਦਿੱਕਤ ਹੈ ਜਾਂ ਤੁਹਾਡੇ ਨਾਲ ਕੋਈ ਇੱਦਾਂ ਦੇ ਇਨਸੀਡੈਂਟ ਹੋਏ ਹੈ, ਤਾਂ ਉਸ ਟਾਈਮ ਫਿਰ ਉਹ ਵਾਲੇ ਇਨਸੀਡੈਂਟਸ ਵੀ ਹਿੱਟ ਕਰਦੇ ਬਿਲਕੁਲ ਕਰਦੇ ਆ। ਸੋ ਮੇਰੇ ਨਾਲ ਤਾਂ ਇਹ ਚੀਜ਼ਾਂ ਹੁੰਦੀਆਂ ਸੀਗੀਆਂ, ਹੈ ਨਾ। ਤੇ ਹੁਣ ਜੇ ਆਪਾਂ ਗੱਲ ਕਰੀਏ ਇਹਦੇ ਟ੍ਰੀਟਮੈਂਟ ਦੀ, ਉਹ ਵੀ ਬਹੁਤ ਇੰਪੋਰਟੈਂਟ ਚੀਜ਼ ਹੈ, ਟ੍ਰੀਟਮੈਂਟ ਬਹੁਤ ਜ਼ਰੂਰੀ ਹੈ, ਕਿਉਂਕਿ ਟ੍ਰੀਟਮੈਂਟ ਇਦਾਂ ਹੈ ਕਿ ਉਹ ਵੀ ਆਪਣੇ ਦਿਮਾਗ ਦੇ ਅੰਦਰ ਟ੍ਰੀਟਮੈਂਟ ਹੈ, ਠੀਕ ਹੈ ਨਾ। ਕੋਈ ਦਵਾਈ, ਚਲੋ ਦਵਾਈ ਤਾਂ ਜਿਹੜੀ ਖਾਣੀ ਹੈ, ਬਟ ਜਿਹੜੇ ਆਪਣਾ ਜਿਹੜਾ ਦਿਮਾਗ ਹੈ ਨਾ, ਬ੍ਰੇਨ ਆਪਣਾ ਸਭ ਤੋਂ ਵੱਡੀ ਮੈਡੀਸਿਨ ਹੈ। ਬਿਲਕੁਲ, ਸਭ ਤੋਂ ਵੱਡੀ। ਉਹ ਕਿੱਦਾਂ? ਉਹ ਇੱਦਾਂ ਆ, ਦੇਖੋ ਹੁਣ ਮੈਂ ਇੱਥੇ ਪਹਿਲਾਂ ਇਹ ਵੀ ਕਹਿੰਦੀ, ਜਿੱਦਾਂ ਜਸ ਨੇ ਕਿਹਾ ਹੈ ਨਾ, ਵੀ ਮੈਡੀਕੇਸ਼ਨਸ ਬਹੁਤ ਜ਼ਰੂਰੀ ਆ। ਓਬਵੀਅਸ ਜੀ ਗੱਲ ਹੈ, ਮੈਡੀਕੇਸ਼ਨਸ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਤੁਹਾਨੂੰ ਨੀਂਦ ਨਹੀਂ ਆਉਂਦੀ ਨਾ, ਤਾਂ ਉਹ ਨੀਂਦ ਨੂੰ ਕਿਵੇਂ, ਮੈਂ ਖੁਦ ਜਦੋਂ ਮੈਂ ਸੀਗੀ ਤਾਂ ਮੈਨੂੰ ਵੀ ਐਂਜ਼ਾਈਟੀ ਦੀ ਟੈਬਲੇਟਸ, ਨੀਂਦ ਦੀਆਂ ਟੈਬਲੇਟਸ, ਹੈ ਨਾ, ਮੈਨੂੰ ਲੱਗੀਆਂ ਤੇ ਮੈਂ ਖਾਂਦੀ ਸੀ, ਤਾਂ ਜਾ ਕੇ ਮੈਨੂੰ ਨੀਂਦ ਆਉਂਦੀ ਸੀ, ਤਾਂ ਜਾ ਕੇ ਉਹ ਵੀ ਥੋੜੇ ਟਾਈਮ ਲਈ ਉਹ ਖਾਧੀਆਂ, ਹੈ ਨਾ, ਦਵਾਈਆਂ ਡਿਪਰੈਸ਼ਨ ਦੀਆਂ, PCOS ਦੀ, ਜੋ ਵਾਈਟਮਿਨਸ ਡ੍ਰੌਪ ਹੋਏ, ਹੈ ਨਾ, ਤੇ ਹੋਰ ਫੀਵਰ ਜਿਹੜਾ ਰਹਿੰਦਾ ਸੀ, ਉਹ ਸਾਰੀਆਂ ਮੈਡੀਸਿਨਸ ਮੈਂ ਲਈਆਂ। ਉਹ ਲੈਣੀਆਂ ਵੀ ਜ਼ਰੂਰੀ ਹੈ। ਔਰ ਉਸ ਤੋਂ ਬਾਅਦ ਮੇਰੀ ਕਾਉਂਸਲਿੰਗ ਵੀ ਹੋਈ। ਕਾਉਂਸਲਿੰਗ ਵੀ ਜ਼ਰੂਰੀ ਆ। ਉਹ ਜੇ ਮੰਨ ਲਓ ਤੁਹਾਡੇ ਘਰ 'ਚ ਕੋਈ ਬੰਦਾ ਆ ਵਧੀਆ ਜਿਹੜਾ ਕਾਉਂਸਲਿੰਗ ਕਰ ਸਕਦਾ ਆ, ਉਹ, ਜਾਂ ਫਿਰ ਡਾਕਟਰ ਤੋਂ ਕਾਉਂਸਲਿੰਗ, ਡਾਕਟਰ ਜ਼ਰੂਰੀ ਹੈ। ਹਾਂ, ਮੇਰੇ ਜਿਹੜੇ ਡਾਕਟਰ ਕੋਲ ਟ੍ਰੀਟਮੈਂਟ ਉਦੋਂ ਚੱਲਿਆ ਸੀਗਾ, ਤਾਂ ਉਹ ਲੇਡੀ ਡਾਕਟਰ ਸੀਗੇ। ਮਤਲਬ ਜ਼ਿਆਦਾ ਨਹੀਂ ਕੁਝ ਵੀ ਹੋਇਆ, ਉਹਨਾਂ ਨੇ ਬਸ ਮੇਰਾ ਬੈਕਗਰਾਊਂਡ ਪੁੱਛਿਆ, ਹੈ ਨਾ, ਤਾਂ ਉਹਨਾਂ ਨੇ ਨਬਜ਼ ਫੜ ਲਈ ਵੀ ਕੀ ਚੀਜ਼ ਹੈ। ਸੋ ਉਹ ਕਾਉਂਸਲਿੰਗ ਨੇ ਹੈਲਪ ਕੀਤਾ। ਫਿਰ ਇਹ ਮੈਡੀਕੇਸ਼ਨਸ, ਕਾਉਂਸਲਿੰਗ, ਥੈਰੇਪੀਜ਼ ਨੂੰ ਜੇ ਆਪਾਂ ਪਾਸੇ ਰੱਖੀਏ, ਤਾਂ ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ ਵੀ ਤੁਹਾਡੀ ਵਿਲ ਪਾਵਰ ਤੁਹਾਨੂੰ ਆਪ ਸਟਰੋਂਗ ਕਰਨੀ ਪਊਗੀ। ਦੇਖੋ ਮੇਰੇ ਨਾਲ ਜਸ ਦਾ ਸਾਥ ਸੀਗਾ, ਫੈਮਿਲੀ ਦਾ ਸਾਥ ਸੀਗਾ, ਹੈ ਨਾ, ਕੁਛ ਕੁ ਜਿੱਦਾਂ ਫਰੈਂਡ ਸੀਗੇ ਜਿਨ੍ਹਾਂ ਦਾ ਸਾਥ ਸੀਗਾ, ਤਾਂ ਮੈਂ ਉਹਨਾਂ ਦੇ ਨਾਲ ਤਾਂ ਠੀਕ ਹੋਈ ਆ। ਪਰ ਸਭ ਤੋਂ ਵੱਡੀ ਗੱਲ ਇਹ ਸੀਗੀ ਵੀ ਮੈਂ ਜਦੋਂ ਆਪ ਡਿਸਾਈਡ ਕੀਤਾ ਨਾ ਵੀ ਮੈਂ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣਾ, ਮੈਂ ਡਿਪਰੈਸ਼ਨ ਨੂੰ ਪਿੱਛੇ ਛੱਡ ਕੇ ਮੈਂ ਆਪਦੇ ਆਪ ਨੂੰ ਪਹਿਲਾਂ ਵਾਂਗ ਬਣਾਉਣਾ ਆ, ਜਿਵੇਂ ਮੈਂ ਪਹਿਲਾਂ ਸਟਰੋਂਗ ਸੀ, ਜਿਵੇਂ ਮੈਂ ਪਹਿਲਾਂ ਦੀ ਮੇਰੀ ਸੋਚ ਸੀਗੀ, ਮੈਂ ਫਿਰ ਉਹੀ ਅਮਨ ਬਣਨਾ ਆ। ਉਦੋਂ ਜਾ ਕੇ ਡਿਪਰੈਸ਼ਨ ਮੇਰਾ ਠੀਕ ਹੋਇਆ ਸੀ। ਸੋ ਬੇਸਿਕ ਜੀ ਗੱਲ ਇਹੀ ਆ ਵੀ ਜਦੋਂ ਤੱਕ ਤੁਸੀਂ ਆਪਣੇ ਅੰਦਰੋਂ ਆਪਦੇ ਦਿਮਾਗ ਨੂੰ ਤੇ ਆਪਦੇ ਦਿਲ ਨੂੰ ਸਟਰੋਂਗ ਨਹੀਂ ਕਰਦੇ, ਇਹਨੂੰ ਨਹੀਂ ਕਹਿੰਦੇ ਵੀ ਹਾਂ ਤੂੰ ਇਸ ਚੀਜ਼ 'ਚੋਂ ਬਾਹਰ ਆਣਾ, ਉਦੋਂ ਤੱਕ ਤੁਸੀਂ ਡਿਪਰੈਸ਼ਨ 'ਚੋਂ ਨਹੀਂ ਨਿਕਲ ਸਕਦੇ। ਚਾਹੇ ਫਿਰ ਜਿੰਨੀਆਂ ਮਰਜ਼ੀ ਦਵਾਈਆਂ ਲੈ ਲਓ ਨਾ, ਦਵਾਈਆਂ ਭਾਵੇਂ ਤੁਸੀਂ 1 ਸਾਲ ਖਾ ਲਓ, ਭਾਵੇਂ 2 ਸਾਲ ਖਾ ਲਓ, ਜਿੰਨਾ ਤੱਕ ਤੁਹਾਡਾ ਸਟੇਟ ਆਫ ਮਾਈਂਡ ਨਹੀਂ ਸੈੱਟ ਹੋਊਗਾ, ਠੀਕ ਹੈ ਨਾ, ਉਹਨਾਂ ਤੱਕ ਤੁਸੀਂ ਸਹੀ ਨਹੀਂ ਹੋ ਸਕਦੇ। ਕਿਉਂਕਿ ਵੇਖੋ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ, ਜਿੱਦਾਂ ਹੁਣ ਇਹਨਾਂ ਨੇ ਦੱਸਿਆ ਕਿ ਮੈਂ ਆਪਣੇ ਆਪ ਦਾ ਸੋਚਿਆ ਕਿ ਮੈਂ ਡਿਪਰੈਸ਼ਨ 'ਚੋਂ ਬਾਹਰ ਆਣਾ ਹੈ, ਕਿੱਦਾਂ ਨਹੀਂ, ਹੈ ਨਾ, ਉਹ ਇਹਨਾਂ ਨੇ ਸੋਚਿਆ ਤਾਂ ਇਹ ਬਚ ਕੇ ਅੱਜ ਬੈਠੇ ਹੋਏ ਆ। ਜੇ ਬਾਈ ਚਾਂਸ ਇਹ ਨਾ ਸੋਚਦੇ, ਸਾਡੇ ਵਿੱਚ ਨਾ ਆਉਂਦੇ, ਮੈਂ ਡਾਇਰੈਕਟ ਗੱਲ ਕਰਦਾ, ਕਿਉਂਕਿ ਜਦੋਂ ਕਾਉਂਸਲਿੰਗ ਹੋਈ ਇਹਨਾਂ ਦੀ ਤੇ ਮੈਨੂੰ ਵੀ ਡਾਕਟਰ ਨੇ ਪਰਸਨਲੀ ਅੰਦਰ ਬੁਲਾਇਆ ਸੀਗਾ, ਇਹਨਾਂ ਨੂੰ ਬਾਹਰ ਬਿਠਾ ਕੇ। ਸੋ ਉਹਨਾਂ ਨੇ ਤਾਂ ਮੈਨੂੰ ਇਹੀ ਕਹਿ ਦਿੱਤਾ ਸੀ ਸਾਫ਼-ਸਾਫ਼ ਕਿ ਦੇਖੋ 70% ਇਹ ਡਿਪਰੈਸ਼ਨ 'ਚ ਨੇ, 30% ਬਾਕੀ ਆ। ਹੁਣ ਤੁਹਾਡੇ ਤੇ ਡਿਸਾਈਡ ਕਰਦਾ ਤੁਸੀਂ ਕਿੱਦਾਂ ਰੱਖਣਾ ਇਹਨਾਂ ਨੂੰ, ਠੀਕ ਹੈ। ਤਾਂ ਫਿਰ ਇੱਕ ਗੱਲ ਉਹਨੇ ਹੋਰ ਕਹੀ ਕਿ ਤੁਸੀਂ ਆਪਣੀ ਫਿਊਚਰ ਪਲੈਨਿੰਗ ਨਹੀਂ ਕਰ ਸਕਦੇ। ਜਦੋਂ ਇਹ ਜਿਹੀ ਗੱਲ ਆਉਂਦੀ ਹੈ ਨਾ, ਫਿਰ ਉਹ ਦਿਲ ਤੇ ਹਿੱਟ ਕਰਦੀ ਹੈ, ਬਿਲਕੁਲ, ਠੀਕ ਹੈ। ਵੀ ਉਹ ਚੀਜ਼ਾਂ ਸੋਚ ਕੇ ਫਿਰ ਇਹਨੂੰ ਮੈਂ ਦੱਸੀਆਂ, ਮੈਂ ਕਿਹਾ ਪੁੱਤ ਇੱਦਾਂ ਆਹ ਚੱਕਰ ਹੈ। ਤਾਂ ਫਿਰ ਦੇਖੋ ਬੰਦੇ ਦਾ ਇੱਕ, ਮੈਂ ਕਹਿੰਦਾ ਕਿ ਫਿਰ ਵੀ ਇੰਨਾ ਡਿਪਰੈਸ਼ਨ ਦੇ ਹੋਣ ਦੇ ਬਾਵਜੂਦ ਵੀ ਇੰਨਾ ਦਾ ਦਿਮਾਗ ਇਹਨਾਂ ਦਾ ਚੱਲਦਾ ਪਿਆ ਸੀ ਉਸ ਟਾਈਮ ਤੇ, ਇੰਨੇ ਸਟਰੋਂਗ ਹੈਗੇ ਸੀਗੇ ਕਿ ਇਹਨਾਂ ਨੇ ਉਹ ਚੀਜ਼ਾਂ ਕੈਪਚਰ ਕੀਤੀਆਂ ਆਪਣੇ ਅੰਦਰ, ਹਨਾ, ਕਿ ਇਹਨਾਂ ਨੇ ਸੋਚਿਆ। ਤੇ ਇੱਕ ਚੀਜ਼ ਹੋਰ ਮੈਂ ਦੱਸਦਾ ਤੁਹਾਨੂੰ, ਜਦੋਂ ਤੁਹਾਨੂੰ ਡਿਪਰੈਸ਼ਨ ਵਾਲੀ ਦਵਾਈਆਂ ਖਾ ਰਹੇ ਹੋ ਨਾ, ਤੁਸੀਂ ਨੀਂਦ ਦੀ ਚਲੋ ਗੋਲੀਆਂ ਆਪਣੇ ਲੱਖ ਖਾ ਲਓ, ਤੁਸੀਂ ਜਿੰਨਾ ਤੱਕ ਤੁਸੀਂ ਉਹ ਸੋਚੋਗੇ ਨਾ ਮੈਂ ਸੌਣਾ ਨਹੀਂ ਹੈ, ਉਹਨਾਂ ਦੀ ਸੌਣ ਨੀਂਦ ਨਹੀਂ ਆਉਂਦੀ, ਹਨਾ। ਜਦੋਂ ਸਪੈਸ਼ਲੀ ਉਦੋਂ ਇਹ ਹੁੰਦਾ ਵੀ ਜਦੋਂ ਤੱਕ ਆਪਦੇ ਦਿਮਾਗ ਦੀਆਂ ਜਿਹੜੀਆਂ ਚੀਜ਼ਾਂ ਚੱਲਦੀਆਂ ਹੁੰਦੀਆਂ ਹੈ ਨਾ, ਉਹਨੂੰ ਬਾਹਰ ਨਹੀਂ ਸੁੱਟਦੇ,
ਉਦੋਂ ਤੱਕ ਨੀਂਦ ਨਹੀਂ ਆਉਣੀ। ਤੁਸੀਂ ਵੇਖੋ ਜਦੋਂ ਡਿਪਰੈਸ਼ਨ 'ਚ ਹੁਣ ਮੰਨ ਲਓ ਕੋਈ ਹੈ ਨਾ ਡਿਪਰੈਸ਼ਨ 'ਚ ਹੁਣ ਆਪਾਂ ਇਹ ਗੱਲ ਕਰਦੇ ਨਿਕਲਣ ਦੀ, ਜਦੋਂ ਡਿਪਰੈਸ਼ਨ 'ਚ ਹੈਗੇ ਹੋ ਜੇ ਤਾਂ ਤੁਹਾਡਾ ਲਾਈਫ ਪਾਰਟਨਰ ਵਧੀਆ ਤਾਂ ਆਲ ਗੁੱਡ ਆ, ਫਿਰ ਤਾਂ ਤੁਸੀਂ ਈਜ਼ੀ ਜਾ ਸਕਦੇ ਹੋ ਨਾ। ਬਾਕੀ ਜੋ ਤੁਹਾਡੇ ਹੌਬੀਜ਼ ਆ ਉਹਨੂੰ ਕਰੋ, ਜਿਵੇਂ ਕਿ ਜੇ ਤੁਹਾਡਾ ਮਨ ਹੈ ਗੁਰਦੁਆਰੇ ਜਾਣ ਦਾ ਗੁਰਦੁਆਰੇ ਜਾਓ, ਜੇ ਤੁਹਾਡਾ ਪਾਠ ਕਰਨ ਦਾ ਮਨ ਹੈ ਪਾਠ ਕਰੋ, ਕਿਚਨ 'ਚ ਤੁਹਾਡਾ ਕੁਕਿੰਗ ਕਰਨ ਦਾ ਮਨ ਹੈ ਕੁਕਿੰਗ ਕਰੋ, ਮਿਊਜ਼ਿਕ ਸੁਣੋ, ਨੱਚੋ ਟੱਪੋ, ਜੋ ਤੁਹਾਡਾ ਦਿਲ ਕਰਦਾ। ਜਿਵੇਂ ਕਿ ਇਹਨਾਂ ਦੀ ਕੁਝ ਹੌਬੀ ਸੀ ਤੁਹਾਨੂੰ ਆਪ ਦੱਸਣਗੇ ਇਹਨਾਂ ਨੇ ਕੀ ਕੀ ਕੀਤਾ, ਠੀਕ ਹੈ। ਉਹ ਚਲੋ ਮੈਨੂੰ ਵੀ ਪਤਾ ਹੀਗਾ ਕਿ ਇਹਨਾਂ ਦੀ ਹੌਬੀਜ਼ ਪਤਾ ਹੋਣੀ ਚਾਹੀਦੀ ਹੈ ਹਨਾ, ਪਾਰਟਨਰ ਨੂੰ ਪਤਾ ਹੋਣੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈ। ਉਹ ਉੱਥੇ ਡਿਪਰੈਸ਼ਨ ਦੀ ਜਦੋਂ ਹੋ ਗਿਆ ਸੀ ਨਾ ਉੱਥੇ ਪਤਾ ਲੱਗਦਾ ਸੀਗਾ ਕਿ ਇਹ ਜਿਹੜੀ ਹੌਬੀਜ਼ ਹੁੰਦੀ ਪਤਾ ਹੋਣੀ ਬਹੁਤ ਜ਼ਰੂਰੀ ਹੈ। ਜੇ ਬੰਦੇ ਨੂੰ ਨਾ ਪਤਾ ਹੋਵੇ ਨਾ ਤਾਂ ਬੰਦਾ ਕੁਝ ਵੀ ਨਹੀਂ ਕਰ ਸਕਦਾ। ਹੌਬੀਜ਼ ਦਾ ਮਤਲਬ ਉਹੀ ਆ ਗਿਆ ਵੀ ਜੋ ਤੁਹਾਡੇ ਦਿਲ ਨੂੰ ਚੰਗਾ ਲੱਗਦਾ। ਹੁਣ ਮੈਨੂੰ ਘੁੰਮਣਾ ਪਸੰਦ ਸੀਗਾ, ਘੁਮਾਇਆ ਤਾਂ ਬਹੁਤ ਤੇ ਮੈਨੂੰ ਘੁਮਾਇਆ ਬਹੁਤ ਇਹਨਾਂ ਨੇ ਹਨਾ। ਮੈਨੂੰ ਗਾਰਡਨਿੰਗ ਬਹੁਤ ਪਸੰਦ ਸੀ, ਵੀ ਪੌਦੇ ਪੁੱਦੇ ਲਾਉਣ ਦਾ ਸ਼ੌਂਕ ਸੀ ਮੈਨੂੰ ਹਨਾ, ਮੈਂ ਉਹ ਬਹੁਤ ਕੀਤੀ ਆ। ਮੈਨੂੰ ਕੁਕਿੰਗ ਪਸੰਦ ਸੀਗੀ। ਕੁਕਿੰਗ ਸਟਾਰਟਿੰਗ 'ਚ ਨਹੀਂ ਹੋਈ ਕਿਉਂਕਿ ਮੈਂ ਇੰਨੀ ਵੀਕ ਸੀਗੀ ਵੀ ਮੈਂ ਕਿਚਨ 'ਚ ਜੇ ਖੜੀ ਵੀ ਹੁੰਦੀ ਸੀ ਨਾ ਤਾਂ ਮੈਂ 5 ਸੈਕਿੰਡ 'ਚ ਥੱਲੇ ਡਿੱਗ ਜਾਂਦੀ ਸੀ, ਮੇਰਾ ਇੰਨਾ ਬੁਰਾ ਹਾਲ ਸੀਗਾ ਹਨਾ। ਹੌਲੀ ਹੌਲੀ ਮੈਂ ਕੁਕਿੰਗ ਸਟਾਰਟ ਕੀਤੀ, ਫਿਰ YouTube ਜਾਂ ਕੈਮਰਾ ਫੇਸਿੰਗ ਇਹ ਮੇਰਾ ਪੈਸ਼ਨ ਸੀ। ਕਿਉਂਕਿ ਜਦੋਂ ਪਹਿਲਾਂ ਵੀ ਹਨਾ ਮੈਂ ਕੈਨੇਡਾ ਜਾਣ ਤੋਂ ਪਹਿਲਾਂ ਵੀ ਮੈਂ ਇੱਥੇ ਮੇਰਾ ਇਹੀ ਬੈਕਗਰਾਉਂਡ ਸੀਗਾ, ਇਹਦੇ ਰਿਲੇਟਡ ਹੀ ਮੈਂ ਜੌਬ ਕਰਦੀ ਸੀਗੀ, ਤਾਂ ਇਹ ਮੇਰਾ ਪੈਸ਼ਨ ਸੀ। ਤਾਂ ਉਦੋਂ ਹੀ ਅਸੀਂ ਦੁਬਾਰਾ ਚੈਨਲ ਨੂੰ ਵੀ ਰੀਗਰੋ ਕਰਨਾ ਸ਼ੁਰੂ ਕੀਤਾ ਕਿਉਂਕਿ ਇਹ ਵੀ ਮੇਰਾ ਸ਼ੌਂਕ ਸੀਗਾ ਤੇ ਜਸ ਦਾ ਤਾਂ ਹੈਗਾ ਹੀ ਹੈਗਾ ਸੀ, ਇਹ ਐਡੀਟਰ ਹੈਗੇ ਹੀ ਸੀਗੇ ਹਨਾ। ਤੇ ਇਸ ਚੀਜ਼ ਨੂੰ ਮੈਂ ਅਪਣਾਇਆ ਵੀ ਨਹੀਂ, ਜੋ ਮੈਂ ਕਰਨਾ ਚਾਹੁੰਦੀ ਸੀ ਮੈਂ ਉਸ ਚੀਜ਼ ਨੂੰ ਕਰਨਾ ਆ ਵੀ। ਫਿਰ ਕੀ ਹੋ ਗਿਆ ਲਾਈਫ ਦੇ ਵਿੱਚ ਜੇ ਫੇਲੀਅਰਸ ਆਉਂਦੀਆਂ ਆ ਹਰ ਇੱਕ ਇਨਸਾਨ ਨੂੰ ਆਉਂਦੀਆਂ, ਹਰ ਇੱਕ ਇਨਸਾਨ ਨੂੰ ਆਉਂਦੀਆਂ। ਸੋ ਉਹ ਫੇਲੀਅਰਸ ਨੂੰ ਪਿੱਛੇ ਛੱਡ ਕੇ ਮੈਂ ਆਪਦੀ ਸੋਚ ਨੂੰ ਫੇਰ ਜਿੱਦਾਂ ਪਹਿਲਾਂ ਸੀਗੀ ਉਦਾਂ ਹੀ ਬਣਾਈ ਵੀ ਮੈਂ ਆਪਦੀਆਂ ਜਿੰਨੀਆਂ ਵੀ ਹੌਬੀਜ਼ ਆ ਉਹਨਾਂ ਨੂੰ ਹਨਾ, ਮਿਊਜ਼ਿਕ ਸੁਣਨ ਦੀ ਹੌਬੀ ਸੀਗੀ ਉਹ ਸੁਣਨਾ ਸ਼ੁਰੂ ਕੀਤਾ। ਮੈਂ ਤੇ ਜਸ ਪਤਾ ਕੀ ਕਰਦੇ ਹੁੰਦੇ ਸੀ, ਅਸੀਂ ਘਰੇ ਹੀ ਨਾ ਟੀਵੀ ਤੇ ਲਾ ਕੇ ਸਪੀਕਰ ਲਾ ਕੇ ਤੇ ਉੱਚੀ ਉੱਚੀ ਗਾਣੇ ਲਾ ਕੇ ਕਪਲ ਡਾਂਸ ਬਹੁਤ ਕੀਤਾ, ਅਸੀਂ ਇੰਸਟਾ ਤੇ ਵੀ ਪਾਈ, ਇੱਕ ਹਾਈਲਾਈਟ ਪਾਈ ਸੀਗੀ। ਅਦਰਵਾਈਜ਼ ਉਦਾਂ ਵੀ ਬਹੁਤ ਕੀਤਾ, ਨੱਚੇ ਟੱਪੇ, ਮੂਵੀਜ਼ ਦੇਖੀਆਂ, ਬਾਹਰ ਜਾ ਕੇ ਮੂਵੀਜ਼ ਦੇਖੀਆਂ, ਹੈਪੀ ਰਹਿਣਾ ਸ਼ੁਰੂ ਕਰਤਾ। ਮੇਨ ਰੀਜ਼ਨ ਉਹਦਾ ਕੀ ਹੈਗਾ ਕਿ ਇੰਨੇ ਲੋਕਾਂ ਦੀਆਂ ਸੁਣਨੀਆਂ ਕਰਤੀਆਂ ਬੰਦ। ਕਿਉਂਕਿ ਜਦੋਂ ਡਿਪਰੈਸ਼ਨ 'ਚ ਮੈਂ ਸੀਗੀ ਨਾ, ਠੀਕ ਹੈ ਮੈਨੂੰ ਹੈਲਥ ਪ੍ਰੋਬਲਮਸ ਹੋਈਆਂ, ਪਰ ਜਦੋਂ ਲੋਕਾਂ ਨੇ ਮੈਨੂੰ ਤਾਨੇ ਮਾਰਨੇ ਸ਼ੁਰੂ ਕਰਤੇ, ਇੱਕ ਹੁੰਦਾ ਨਾ ਕਹਿੰਦੇ ਹੁੰਦੇ ਆ ਵੀ ਇੱਕ ਚਿੰਗਾਰੀ ਲੱਗ ਗਈ ਪਰ ਉਹਦੇ ਤੇ ਜੇ ਘਿਓ ਸੁੱਟੀ ਜਾਓ ਉਹ ਹੋਰ ਭੜਕਦੀ ਜਾਂਦੀ ਹੈ, ਮੱਚਦੀ ਜਾਣੀ ਤੇ ਉਹੀ ਚੀਜ਼ ਮੇਰੇ ਨਾਲ ਹੋਈ ਵੀ ਚਿੰਗਾਰੀ ਲੱਗ ਚੁੱਕੀ ਸੀ, ਸਟਾਰਟ ਹੋ ਗਿਆ ਸੀਗਾ ਤੇ ਲੋਕਾਂ ਦੀਆਂ ਗੱਲਾਂ ਤੂੰ ਏਦਾਂ ਕਰ ਉਹਦਾ ਕਰਤਾ। ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ, ਲੋਕੀ ਵੀ ਬੜੇ ਕੁੱਤੇ ਹੁੰਦੇ ਆ। ਲੋਕੀ ਵੀ ਨਾ ਜਦੋਂ ਪਤਾ ਕਿ ਬੰਦਾ ਅਗਲਾ ਏਦਾਂ ਡਿਪਰੈਸ਼ਨ 'ਚ ਜਾਂ ਬਿਮਾਰ ਹੈ ਜਾਂ ਕਿੱਦਾਂ ਹੈ, ਲੋਕੀ ਜਾਣ ਕੇ ਉਹਨੂੰ ਨਾ ਉਸ ਗੱਲ ਤੇ ਹਿੱਟ ਕਰਨਗੇ ਜਿੱਥੋਂ ਉਹ ਹੋ ਸਕਦਾ ਆ, ਟੀਜ਼ ਕਰਨਾ ਸ਼ੁਰੂ ਕਰ ਦਿੰਦੇ ਕਿ ਐਦਾਂ ਨਹੀਂ ਤੂੰ ਉਦਾਂ ਆ ਤੂੰ ਉਦਾਂ ਨਾ, ਵੀ ਲੋਕੀ ਜਾਣ ਕੇ ਕਰਦੇ ਆ, ਬਟ ਸ਼ੇਮ ਆਨ ਜੋ ਇਦਾਂ ਨਹੀਂ ਕਰਦੇ ਆ। ਸਹੀ ਗੱਲ ਹੈ। ਸੋ ਇਹਨਾਂ ਚੀਜ਼ਾਂ ਨੂੰ ਖਤਮ ਕੀਤਾ, ਪਾਸੇ ਕੀਤਾ, ਵੀ ਸੁਣਨਾ ਬੰਦ ਕਰ ਦਿੱਤਾ ਹਨਾ। ਬਸ ਆਪਣੇ ਆਪ ਨੂੰ ਖੁਸ਼ ਰੱਖਣਾ ਸ਼ੁਰੂ ਕੀਤਾ, ਆਪਣੇ ਆਪ ਲਈ ਜੀਣਾ ਸ਼ੁਰੂ ਕੀਤਾ ਵੀ ਨਹੀਂ ਇਹ ਜ਼ਿੰਦਗੀ ਬਹੁਤ ਔਖੀ ਮਿਲੀ ਹੈ ਹਨਾ, ਸਾਡੇ ਮਾਪਿਓ ਨੇ ਕਿੰਨਾ ਔਖਾ ਸਾਨੂੰ ਪੈਦਾ ਕੀਤਾ ਹੋਣਾ, ਇੰਨੇ ਵੱਡੇ ਕੀਤਾ ਆ। ਸੋ ਇਹ ਚੀਜ਼ਾਂ ਦਿਮਾਗ 'ਚ ਲਿਆਂਦੀਆਂ ਵੀ ਇਹ ਬਹੁਤ ਪ੍ਰੀਸ਼ੀਅਸ ਹੈ। ਜੇ ਅਮਨ ਹੈਗੀ ਆ ਤਾਂ ਇਸੇ ਜਨਮ 'ਚ ਹੈ, ਜਾਂ ਜਸ ਹੈਗਾ ਤਾਂ ਇਸੇ ਜਨਮ 'ਚ ਹੈ, ਅਗਲੇ ਜਨਮ ਦੇ ਵਿੱਚ ਪਤਾ ਨਹੀਂ ਕੀ ਪੈਦਾ ਹੋਣਾ ਸੀ ਹਨਾ। ਜੇ ਇਨਸਾਨ ਪੈਦਾ ਹੋ ਵੀ ਗਏ, ਇੱਕ ਦੂਜੇ ਨੂੰ ਜਾਣਨਾ ਆ ਕਿ ਨਹੀਂ ਜਾਣਨਾ ਉਹ ਫਿਲਮੀ ਗੱਲਾਂ ਹੀ ਹੁੰਦੀਆਂ ਵੀ 7 ਜਨਮਾਂ ਦਾ ਸਾਥ ਹੋ ਜਾਊਗਾ ਹਨਾ, ਵੀ ਹੁੰਦਾ ਵੀ ਹੋਊਗਾ, ਇਹ ਗੱਲ ਨਹੀਂ ਵੀ ਨਹੀਂ ਹੁੰਦਾ ਹੋਊਗਾ, ਪਰ ਚੱਕਰ ਇਹ ਹੈ ਵੀ ਆਪਾਂ ਇਹ ਥੋੜੀ ਜਾਣਦੇ ਹੋਵਾਂਗੇ ਵੀ ਅਮਨ ਹੈ ਜਾਂ ਜਸ ਆ। ਸੋ ਤੁਹਾਡੇ ਕੋਲ ਇੱਕ ਹੀ ਲਾਈਫ ਆ ਹੈ, ਇਹਨੂੰ ਜਿੰਨਾ ਹੈਪੀ ਰਹਿ ਕੇ, ਜਿੰਨਾ ਖੁਸ਼ ਰਹਿ ਕੇ ਤੁਸੀਂ ਇਹਨੂੰ ਗੁਜ਼ਾਰ ਸਕਦੇ ਹੋ, ਇਹਨੂੰ ਜੀ ਸਕਦੇ ਹੋ, ਓਨਾ ਹੀ ਜੀਓ। ਇਹੀ ਮੇਨ ਇਲਾਜ ਹੈ ਡਿਪਰੈਸ਼ਨ ਦਾ ਵੀ, ਇਹੀ ਮੇਨ ਇਲਾਜ ਹੈ। ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੂੰਗਾ ਇੱਥੇ, ਇਹ ਨਾ ਜਦੋਂ ਅਜੇ ਵੀ ਥੋੜੀ ਕਦੀ ਟੈਨਸ਼ਨ ਲੈ ਜਾਂਦੇ ਆ, ਬਟ ਹੁਣ ਤਾਂ ਮੈਨੂੰ ਲੱਗਦਾ ਮਾਈਨਰ 1% ਹੀ ਹੋਣਾ ਜੋ ਟੈਨਸ਼ਨ ਲੈਂਦੇ ਆ, ਤੇ ਮੈਂ ਇਹ ਨਾਰਮਲ ਵਾਲੀ ਹੈ ਨਾ, ਇਹ ਚੱਲਦਾ ਰਹਿੰਦਾ, ਇਹ ਲਾਈਫ ਪਾਰਟ ਆਫ ਲਾਈਫ ਆ। ਬਟ ਮੈਂ ਇੱਥੇ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਵੇਖੋ ਜੇ ਮੰਨ ਲਓ ਤੁਸੀਂ ਡਿਪਰੈਸ਼ਨ 'ਚ ਹੋ ਜਾਂ ਤੁਸੀਂ ਕਿੱਦਾਂ ਵੀ ਹੋ ਹਨਾ, ਜੇ ਡਿਪਰੈਸ਼ਨ 'ਚੋਂ ਬਾਹਰ ਨਿਕਲ ਗਏ ਹੁਣ ਤੁਸੀਂ ਠੀਕ ਹੋ, ਮੈਨੂੰ ਇੱਕ ਗੱਲ ਸਮਝਾਉਣਾ ਨਾ ਪੁੱਤ, ਵੇਖ ਪੈਸੇ ਨੂੰ ਆਪਾਂ ਪਿਆਰ ਨਹੀਂ ਕਰਨਾ, ਬਿਲਕੁਲ ਠੀਕ ਹੈ, ਪੈਸਾ ਹੀ ਬੰਦੇ ਨੂੰ ਵਿਗਾੜਦਾ ਹੈ, ਠੀਕ ਹੈ, ਲਾਲਚ ਕਦੀ ਪੈਦਾ ਨਹੀਂ ਕਰਨਾ। ਜੇ ਆਪਾਂ ਜੇ ਇਕੱਠੇ ਆ ਨਾ, ਜੇ ਅਸੀਂ ਕੁੱਲੀ 'ਚ ਵੀ ਰਹਿ ਲਾਂਗੇ ਨਾ, ਇਹ ਖੁਸ਼ ਰਹਿ ਲਾਂਗੇ, ਠੀਕ ਹੈ। ਅਚਾਰ ਨਾਲ ਰੋਟੀ ਵੀ ਖਾ ਰਹੇ ਨਾ ਤਾਂ ਖੁਸ਼ ਰਹਿਣਾ। ਉਸ ਪਰਮਾਤਮਾ ਨੇ ਰੋਟੀ ਤਾਂ ਦਿੱਤੀ, ਸਾਨੂੰ ਜਨਮ ਤਾਂ ਦਿੱਤਾ, ਇਕੱਠਿਆਂ ਤੇ ਕੀਤਾ, ਠੀਕ ਹੈ। ਇੱਕ ਦੂਜੇ ਨੂੰ ਇੰਨਾ ਪਿਆਰ ਕਰਦੇ ਆ, ਇੱਕ ਦੂਜੇ ਨੂੰ ਇੰਨਾ ਚਾਹੁੰਦੇ ਆ,
ਉਹ ਪ੍ਰਮਾਤਮਾ ਨੇ ਇਕੱਠਿਆਂ ਨੇ ਕੀਤਾ ਨਾ ਸਾਨੂੰ, ਠੀਕ ਔਰ ਹੈ। ਸਭ ਤੋਂ ਵੱਡੀ ਗੱਲ ਇਹ ਵੀ ਹੋ ਜਾਂਦੀ ਆ, ਜਦੋਂ ਰੱਬ ਸਾਨੂੰ ਪੈਦਾ ਕਰਦਾ ਨਾ, ਸਾਡੀ ਰੋਟੀ, ਹਵਾ, ਪਾਣੀ ਸਭ ਉਹ ਲੇਖਾਂ 'ਚ ਲਿਖ ਕੇ ਭੇਜਦਾ ਆ। ਸਹੀ ਗੱਲ ਆ। ਕੋਈ ਵੀ ਇਨਸਾਨ ਹੈ, ਉਹਨੂੰ ਚਾਹੇ ਇੱਕ ਟਾਈਮ ਦੀ ਰੋਟੀ ਮਿਲਦੀ ਆ, ਚਾਹੇ 2 ਟਾਈਮ ਦੀ ਰੋਟੀ ਮਿਲਦੀ ਆ, ਪਰ ਪਰਮਾਤਮਾ ਦਿੰਦਾ ਤਾਂ ਜ਼ਰੂਰ ਹੈ ਹਰੇਕ ਨੂੰ। ਬਿਲਕੁਲ ਸਹੀ ਗੱਲ, ਪਰਮਾਤਮਾ ਸਾਰੇ ਨੂੰ ਦਿੰਦਾ ਹੈ। ਵੇਖੋ ਭਾਵੇਂ ਉਹ ਚਿੜੀ ਹੈ, ਛੋਟੇ ਕੀੜੀ ਹੈ, ਉਹਦੇ ਲਈ ਵੀ ਪਰਮਾਤਮਾ ਨੇ ਸਭ ਕੁਝ ਲਿਖਿਆ ਆ, ਪੱਥਰਾਂ 'ਚ ਵੀ ਪੈਦਾ ਕੀਤਾ ਹੋਇਆ ਹੈ। ਠੀਕ ਹੈ ਨਾ। ਸੋ ਤੁਸੀਂ ਟੈਨਸ਼ਨ ਨਾ ਲਿਆ ਕਰੋ। ਵੇਖੋ ਕਿਸੇ ਵੀ ਗੱਲ ਟੈਨਸ਼ਨ, ਖੁਸ਼ ਰਿਹਾ ਕਰੋ, ਜਿੰਨਾ ਦੀ ਖੁਸ਼ ਰਹਿ ਸਕਦੇ ਹੋ ਨਾ ਰਿਹਾ ਕਰੋ। ਬਾਕੀ ਸਾਡੇ ਵਲੌਗ ਦੇਖ ਲਿਆ ਕਰੋ, ਖੁਸ਼ ਰਿਹਾ ਕਰੋ, ਠੀਕ ਹੈ। ਅਸੀਂ ਲਾਈਵ ਵੀ ਹੋਈਦਾ ਹੈ, ਸਾਰਿਆਂ ਨਾਲ ਗੱਲਾਂ ਬਾਤਾਂ ਮਾਰੀਆਂ। ਸਾਰੇ ਇਹੀ ਕਹਿੰਦੇ ਕਿ ਡਿਪਰੈਸ਼ਨ ਡਿਪਰੈਸ਼ਨ ਡਿਪਰੈਸ਼ਨ, ਇਹਨੂੰ ਡਿਪਰੈਸ਼ਨ ਨੂੰ ਭਜਾਓ ਆਪਣੇ ਕੋਲੋਂ। ਇਹ ਕੋਸ਼ਿਸ਼ ਇਹਨੂੰ ਕਹੋ ਹੱਟ ਗੰਦਾ ਗੰਦਾ ਹੱਟ ਭੱਜ ਜਾ, ਭੱਜ ਆਪਣੇ ਆਪ ਨੂੰ ਸਟਰੋਂਗ ਕਰਨਾ, ਆਪਣੇ ਸਟਰੋਂਗ ਕਰੋ। ਜੇ ਅਸੀਂ ਅੱਜ ਇਕੱਠੇ ਬੈਠੇ ਆ, ਦੇਖੋ ਕਿੰਨਾ ਖੁਸ਼ ਆ, ਇਸੇ ਖੁਸ਼ ਆ। ਇਹ ਨਹੀਂ ਆ ਸਾਡੇ ਕੋਲ ਬਹੁਤ ਪੈਸਾ ਆ ਗਿਆ ਤਾਂ ਖੁਸ਼ ਬੈਠੇ ਆ। ਅਸੀਂ ਆਪਣੇ ਮਾਈਂਡ ਨੂੰ ਸੈੱਟ ਕਰ ਲਿਆ। ਅਸੀਂ ਵੀ ਸਟਰਗਲਰਸ ਹੀ ਆ, ਅਸੀਂ ਵੀ ਸਟਰਗਲ ਕਰਦੇ ਆ। ਅਸੀਂ ਆਪਣੇ ਮਾਈਂਡ ਨੂੰ ਸੈੱਟ ਜ਼ਿੰਦਗੀ ਰਹਿਣੀ ਆ, ਉਹ ਰਹਿਣੀ ਆ, ਉਹ ਸਾਰੀ ਜ਼ਿੰਦਗੀ ਰਹਿਣੀ ਆ। ਜੇ ਸਟਰਗਲ ਨਹੀਂ ਹੈ ਤਾਂ ਫਿਰ ਜ਼ਿੰਦਗੀ ਨਹੀਂ ਹੈ। ਬਿਲਕੁਲ, ਜਿਹੜਾ ਸਟਰਗਲ ਹੀ ਮੁੱਕ ਗਈ ਜ਼ਿੰਦਗੀ ਚੋਂ, ਜ਼ਿੰਦਗੀ ਖਤਮ ਹੈ ਫਿਰ, ਹੈ ਨਾ। ਜਾਂ ਦੁੱਖ ਹੀ ਜ਼ਿੰਦਗੀ ਚੋਂ ਮੁੱਕ ਗਏ ਤਾਂ ਸੁੱਖਾਂ ਦਾ ਸਵਾਦ ਵੀ ਨਹੀਂ ਆਣਾ। ਸੋ ਜਿਹੜੇ ਦੁੱਖ, ਸੁੱਖ, ਸਟਰਗਲ, ਇਹ ਸਾਰੀਆਂ ਨਾ ਪਾਰਟ ਆਫ ਲਾਈਫ ਆ, ਇਹ ਚੱਲਦੇ ਰਹਿਣਾ ਆ। ਇਹਨਾਂ ਦਾ ਜ਼ਿਆਦਾ ਹੈ ਨਾ ਆਪਣੇ ਦਿਮਾਗ ਤੇ ਟੈਨਸ਼ਨ ਨਹੀਂ ਲੈਣੀ, ਕਿਉਂਕਿ ਜਦੋਂ ਆਪਾਂ ਟੈਨਸ਼ਨ ਲਈ ਜਾਂਦੇ ਆ ਫਿਰ ਉਹ ਡਿਪਰੈਸ਼ਨ, ਐਂਜ਼ਾਈਟੀ, ਸਟ੍ਰੈਸ ਬਣਦਾ ਜਾਂਦਾ ਆ। ਸੋ ਜਿੰਨਾ ਕੁ ਰੱਬ ਨੇ ਦਿੱਤਾ ਉਹਨੇ ਜੀ, ਜਦੋਂ ਤੁਹਾਨੂੰ ਖੁਸ਼ ਰਹਿਣਾ ਆ ਗਿਆ, ਬਸ ਉੱਥੇ ਫਿਰ ਜ਼ਿੰਦਗੀ ਸਵਰ ਜਾਣੀ ਹੈ, ਉੱਥੇ ਬਸ ਸਵਰਗ ਹੈ। ਹਾਂ। ਤੇ ਬਾਕੀ ਬਸ ਖੁਸ਼ ਰਿਹਾ ਕਰੋ। ਤੇ ਕਾਰਟੂਨ ਪਸੰਦ ਹੈ, ਕਾਰਟੂਨ ਵੀ ਦੇਖਿਆ ਕਰੋ, ਅਸੀਂ ਵੀ ਦੇਖਦੇ ਹਾਂ, ਸਾਨੂੰ ਵੀ ਚੰਗਾ ਲੱਗਦਾ ਹੈ। ਕਿਹੜੇ ਵੇਖਣਾ ਨਾ? ਮੈਂ ਟੌਮ ਐਂਡ ਜੈਰੀ ਤੇ ਉਹ ਮੋਟੂ ਪਤਲੂ। ਮੋਟੂ ਪਤਲੂ। ਕੱਲ ਮੈਂ ਸ਼ੌਨਸ਼ਿਪ ਲਾਇਆ ਸੀਗਾ, ਸ਼ੌਨਨਸ਼ਿਪ, ਉਹ ਕਿਹੜਾ ਆ? ਹੈਗਾ ਇੱਕ, ਤੈਨੂੰ ਦਿਖਾਇਆ ਨਹੀਂ ਮੈਂ, ਉਹ ਨਾ ਮੇਰੇ ਇਦਾਂ ਹੀ ਆ ਗਿਆ ਸੀਗਾ, ਮੇਰੇ ਫੋਨ ਦੇ ਵਿੱਚ ਆ ਗਿਆ ਸੀਗਾ, ਕਿਉਂਕਿ ਸਾਨੂੰ ਸੁਜੈਸਟ ਹੁੰਦਾ ਰਹਿੰਦਾ ਇੰਸਟਾਗ੍ਰਾਮ ਤੇ, ਕਿਉਂਕਿ ਅਸੀਂ ਦੇਖਦੇ ਹਾਂ ਬੱਚੇ ਬੁੱਚੇ ਸ਼ੋਅ ਹੁੰਦੇ ਰਹਿੰਦੇ ਸਾਨੂੰ, ਤੇ ਉੱਤੇ ਸਾਨੂੰ ਆ ਜਾਂਦਾ ਹੈ। ਬਾਕੀ ਜੇ ਤੁਹਾਨੂੰ ਅੱਜ ਦਾ ਪੋਡਕਾਸਟ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਬਾਕੀ ਔਰ ਜੇ ਸਾਡੇ ਤੋਂ ਕੋਈ ਵੀ ਗਲਤ ਬੋਲਿਆ ਗਿਆ ਹੋਵੇ ਜਾਂ ਤੁਹਾਨੂੰ ਲੱਗਦਾ ਹੋਵੇ ਵੀ ਅਸੀਂ ਗਲਤ ਬੋਲ ਗਏ ਹੈ ਨਾ, ਕਿਉਂਕਿ ਜੋ ਸਾਡੇ ਨਾਲ ਹੋਇਆ, ਅਸੀਂ ਆਪਦਾ ਪਰਸਨਲ ਐਕਸਪੀਰੀਅੰਸ ਔਰ ਕੁਝ ਜੋ ਮੈਡੀਕਲ ਟਰਮਸ ਆ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ। ਫਿਰ ਵੀ ਜੇ ਕੁਝ ਗਲਤ ਲੱਗਦਾ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਹਾਡੇ ਸਜੈਸ਼ਨਸ ਆਲਵੇਜ਼ ਵੈਲਕਮ ਆ। ਹਾਂਜੀ, ਸੋ ਹੁਣ ਆਪਾਂ ਮਿਲਦੇ ਹਾਂ ਨੈਕਸਟ ਪੋਡਕਾਸਟ, ਉਦੋਂ ਤੱਕ ਲਈ ਬਾਏ ਬਾਏ ਐਂਡ ਸਤਿ ਸ਼੍ਰੀ ਅਕਾਲ।